ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਲਬਰੇਜ਼ ਇਤਿਹਾਸ ਹੈ, ਪਰ ਦਸੰਬਰ ਦਾ ਮਹੀਨਾ ਸਿੱਖ ਕੌਮ ਸਿੱਖ ਇਤਿਹਾਸ ਦੇ ਵਿੱਚ ਖਾਸ ਮਹੱਤਤਾ ਰੱਖਦਾ ਹੈ। ਦਸੰਬਰ ਦੇ ਮਹੀਨੇ ਨੂੰ ਸ਼ਹੀਦਾਂ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ, ਕਿਉਂਕਿ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ। ਅੱਜ ਜਿਸ ਸਥਾਨ ਤੇ ਅਸੀਂ ਖੜੇ ਹਾਂ, ਇਹ ਠੰਡਾ ਬੁਰਜ ਸਥਾਨ ਹੈ। ਯਕੀਨ ਮੰਨਿਓ, ਹਾਲੇ ਉਨੀ ਠੰਡ ਵੀ ਨਹੀਂ ਹੈ, ਪਰ ਇੱਥੇ ਖੜ ਕੇ ਤੁਹਾਨੂੰ ਅਹਿਸਾਸ ਹੁੰਦਾ ਕਿ ਉਦੋਂ ਕਿੰਨੀ ਠੰਡ ਹੋਣੀ ਹੈ ਜਦੋਂ ਮਾਤਾ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਰੱਖੇ ਗਏ ਸਨ। ਦਸੰਬਰ ਦੇ ਮਹੀਨੇ ਦੀ ਆਪਣੀ ਮਹੱਤਤਾ ਇਸ ਲਈ ਵੀ ਅਸੀਂ ਵਾਰ-ਵਾਰ ਕਹਿੰਦੇ ਹਾਂ, ਕਿਉਂਕਿ ਜਿੰਨਾ ਵੀ ਤੁਸੀਂ ਇਤਿਹਾਸ ਬੜੀਆਂ ਸਾਰੀਆਂ ਕੌਮਾਂ ਨੇ ਇਤਿਹਾਸ ਸਿਰਜਿਆ ਹੋਏਗਾ, ਪਰ ਕਦੇ ਵੀ ਤੁਹਾਨੂੰ ਅਜਿਹਾ ਲਾਸਾਨੀ ਸ਼ਹਾਦਤ ਭਰਿਆ ਇਤਿਹਾਸ ਨਹੀਂ ਮਿਲੇਗਾ ਜੋ ਇਸ ਧਰਤੀ ਤੇ ਸਿਰਜਿਆ ਗਿਆ। ਇਸ ਲਈ ਅੱਜ ਅਸੀਂ ਧਰਤੀ ਤੇ ਆਏ ਹਾਂ ਔਰ ਦਰਸ਼ਕਾਂ ਨੂੰ ਯਾਦ ਕਰਾ ਦਈਏ ਕਿ PTC ਸਿਮਰਨ ਨੇ ਉਪਰਾਲਾ ਕੀਤਾ ਕਿ ਘਰ ਘਰ ਤੱਕ ਇਹ ਚਿਣਖ ਜਗਾਈ ਜਾਵੇ, ਘਰ ਘਰ ਤੱਕ ਇਤਿਹਾਸ ਪਹੁੰਚਾਇਆ ਜਾਵੇ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਕੀ ਹੈ, ਗੁਰਦੁਆਰਾ ਜੋਤੀ ਸਰੂਪ ਦਾ ਇਤਿਹਾਸ ਕੀ ਹੈ, ਠੰਡੇ ਬੁਰਜ ਦਾ ਇਤਿਹਾਸ ਕੀ ਹੈ। ਇਸ ਲਈ ਸਾਡੀ ਕੋਸ਼ਿਸ਼ ਜਾਰੀ ਰਹੇਗੀ। ਅੱਜ ਸਾਡੇ ਨਾਲ ਹੈੱਡ ਗ੍ਰੰਥੀ ਸਾਹਿਬ ਯਾਨੀ ਹਰਪਾਲ ਸਿੰਘ ਜੀ ਮੌਜੂਦ ਨੇ, ਜਿਹਨਾਂ ਨਾਲ ਗੱਲਬਾਤ ਕਰਾਂਗੇ ਕਿ ਦਸੰਬਰ ਦਾ ਮਹੀਨਾ ਸਿੱਖ ਕੌਮ ਦੇ ਲਈ ਕਿੰਨੀ ਕੁ ਮਹੱਤਤਾ ਰੱਖਦਾ ਹੈ। ਅਸੀਂ ਨਹੀਂ ਇਹ ਕਹਿੰਦੇ ਕਿ ਕਿਸੇ ਧਰਮ ਦੇ ਤਿਉਹਾਰ ਨਹੀਂ ਮਨਾਉਣੇ ਚਾਹੀਦੇ, ਕਿਸੇ ਧਰਮ ਦੇ ਤਿਉਹਾਰਾਂ ਨੂੰ ਨੀਵਾਂ ਕਰਕੇ ਮਨਾਉਣਾ ਚਾਹੀਦਾ, ਪਰ ਘੱਟੋ ਘੱਟ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਸਾਡਾ ਇਤਿਹਾਸ ਕੀ ਹੈ, ਸਾਡਾ ਵਿਰਸਾ ਕੀ ਹੈ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਵਾਰ ਦਸੰਬਰ ਦੇ ਮਹੀਨੇ ਤੁਹਾਡੇ ਦਰਸ਼ਨ ਦਿਦਾਰੇ ਵੀ ਕਰਦੇ ਹਾਂ ਔਰ ਇਸ ਇਤਿਹਾਸਿਕ ਸਥਾਨ ਦੇ ਵੀ ਦਰਸ਼ਨ ਦਿਦਾਰੇ ਕਰਦੇ ਹਾਂ। ਇੱਕ ਸਵਾਲ ਜਿਹੜਾ ਵਾਰ-ਵਾਰ ਜ਼ਿਹਨ ਦੇ ਵਿੱਚ ਆਉਂਦਾ, ਬੜੀ ਵਾਰ ਤੁਸੀਂ ਵੀ ਪ੍ਰਚਾਰ ਕਰਦੇ ਹੋ ਕਿ ਇਹ ਦਸੰਬਰ ਦਾ ਮਹੀਨਾ ਇੱਕ ਅਜਿਹਾ ਮਹੀਨਾ ਜਿਹੜਾ ਸਾਨੂੰ ਇਹ ਯਾਦ ਕਰਾਉਂਦਾ ਕਿ ਸਾਡੇ ਸਿਰਾਂ 'ਤੇ ਜਿਹੜੀ ਦਸਤਾਰ ਸਜੀ ਹੋਈ ਹੈ ਉਹਦਾ ਮੁੱਲ ਕੀ ਹੈ, ਸਾਡਾ ਵਿਰਸਾ ਜਿਹੜਾ ਉਹਦਾ ਇਤਿਹਾਸ ਕੀ ਹੈ। ਬਿਲਕੁਲ ਜੀ, ਇਹ ਮਹੀਨਾ ਅਹਿਸਾਸ ਦਾ ਮਹੀਨਾ ਹੈ, ਬੜੀ ਗਹਿਰੀ ਫੀਲਿੰਗ ਦਾ ਮਹੀਨਾ ਹੈ। ਇਹ ਸੱਚਾਈ ਇਹ ਹੈ ਕਿ ਆਤਮ ਮੰਥਨ ਦਾ ਮਹੀਨਾ ਹੈ। ਅਸੀਂ ਵਿਸ਼ਲੇਸ਼ਣ ਕਰੀਏ ਇਤਿਹਾਸ ਦੀ ਰੋਸ਼ਨੀ ਵਿੱਚ ਕਿ ਇਤਿਹਾਸ ਸਿਰਜਣ ਵਾਲਿਆਂ ਨੇ ਕੀ ਸਿਰਜਿਆ ਸੀ ਤੇ ਸਾਡੇ ਅੱਜ ਸਿੱਖ ਅਖਵਾਉਣ ਵਾਲਿਆਂ ਦੇ ਘਰਾਂ ਦੇ ਅੰਦਰ ਉਸ ਇਤਿਹਾਸ ਦਾ ਅਕਸ ਕਿੰਨਾ ਕੁ ਦਿਖਾਈ ਦੇ ਰਿਹਾ, ਸਾਡੇ ਬੱਚਿਆਂ 'ਚੋਂ, ਸਾਡੇ ਪਰਿਵਾਰਾਂ ਦੇ ਵਿੱਚੋਂ। ਕਿਉਂਕਿ ਦਸ਼ਮੇਸ਼ ਪਾਤਸ਼ਾਹ ਹਜ਼ੂਰ ਨੂੰ ਜਦੋਂ ਖਬਰ ਮਿਲੀ ਸੀ ਗੁਰੂ ਲਾਲਾਂ ਦੀ ਸ਼ਹੀਦੀ ਦੀ, ਤੇ ਉਹਨਾਂ ਨੇ ਇਹ ਬਚਨ ਕਿਹਾ ਸੀ ਕਿ ਚਿੰਤਾ ਨਹੀਂ ਹੈ, ਮੇਰੇ ਲੱਖਾਂ ਜਿਹੜੇ ਸਿੱਖ ਨੇ ਉਹ ਮੇਰੇ ਪੁੱਤਰ ਨੇ ਤੇ ਉਹ ਸੁਰਜੀਤ ਹਨ ਤੇ ਮੈਨੂੰ ਇਸ ਗੱਲ ਦਾ ਗਰਵ ਹੈ। ਤੇ ਜਦੋਂ ਅਸੀਂ ਸਤਿਗੁਰੂ ਜੀ ਦੇ ਲਾਲਾਂ ਦਾ ਅਕਸ ਆਪਣੇ ਬੱਚਿਆਂ ਵਿੱਚੋਂ ਵੇਖਣ ਦਾ ਯਤਨ ਕਰਦੇ ਹਾਂ ਤੇ ਕਈ ਵਾਰੀ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਉਹ ਸਰੂਪ, ਉਹ ਰਹਿਤ ਬੈਤ, ਉਹ ਉੱਚਾ ਸੁੱਚਾ ਕਿਰਦਾਰ ਉਹ ਉਸ ਰੂਪ ਵਿੱਚ ਅਸੀਂ ਸੰਭਾਲ ਨਹੀਂ ਸਕੇ। ਸੋ ਇਸ ਲਈ ਜ਼ਰੂਰੀ ਅਰਜ਼ ਹੈ ਕਿ ਇਹ ਵਾਕਈ ਆਤਮ ਪੜਚੋਲ ਦਾ ਮਹੀਨਾ ਹੈ ਕਿ ਉਹਨਾਂ ਨੇ ਕੀ ਸਿਰਜਿਆ ਸੀ ਤੇ ਅਸੀਂ ਉਹ ਪਦ ਚਿੰਨ੍ਹਾਂ ਦੇ ਉੱਤੇ ਕਿੰਨਾ ਕੁ ਚੱਲੇ। ਸਫ਼ਰ ਸ਼ਹਾਦਤ ਦਾ ਸਫ਼ਰ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਇਹ ਕਾਫਲਾ ਸ਼ੁਰੂ ਹੋਇਆ ਸੀਗਾ ਉਦੋਂ ਪਹਿਲਾਂ ਥੋੜ੍ਹੀ ਸੰਗਤ ਜੁੜੀ ਸੀ। ਅੱਜ ਇਸ ਕਾਫਲੇ ਦੀ ਸਾਰਾ ਸਾਲ ਉਡੀਕ ਕੀਤੀ ਜਾਂਦੀ ਹੈ, ਉਹ ਦਿਨਾਂ ਦੀ ਉਡੀਕ ਕੀਤੀ ਜਾਂਦੀ ਹੈ ਕਿ ਕਦੋਂ ਉਹ ਦਿਨ ਆਉਣ। ਉਹ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਸਮਾਗਮ ਚੱਲ ਰਹੇ ਹੁੰਦੇ ਨੇ, ਲੋਕ ਭਿੱਜੇ ਹੁੰਦੇ ਨੇ, ਲੋਕਾਂ ਦੇ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ, ਕਿਉਂਕਿ ਉਹ ਵਿਰਾਗ ਜਿਹੜਾ ਆਉਂਦਾ ਉਹ ਵਾਕਈ ਕਿਤੇ ਹੋਰ ਦੇਖਣ ਨੂੰ ਮਿਲਦਾ ਨਹੀਂ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਸ ਕਾਫਲੇ ਦੀ ਅਗਵਾਈ ਧੰਨ ਗੁਰੂ ਨਾਨਕ ਕਰ ਰਹੇ ਨੇ। ਉਸ ਕਾਫਲੇ ਦੀ ਅਗਵਾਈ ਮਾਂ ਗੁਜਰੀ ਜੀ ਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਕਰ ਰਹੇ ਨੇ। ਉਹ ਕਾਫਲਾ ਕਿਸੇ ਦਾ ਨਿੱਜੀ ਨਹੀਂ ਹੈ, ਕਿਸੇ ਸੰਸਥਾ ਦਾ ਨਹੀਂ ਹੈ, ਉਹ ਸਮੁੱਚੇ ਪੰਥ ਦਾ ਤੇ ਸੱਚ ਨੂੰ ਪ੍ਰਨਾਇਆ ਹੋਇਆਂ ਦਾ, ਧਰਮ ਦੇ ਮਾਰਗ ਤੇ ਤੁਰਨ ਵਾਲਿਆਂ ਦਾ ਕਾਫਲਾ ਤੇ ਜਿਨ੍ਹਾਂ ਦੀ ਅਗਵਾਈ ਖੁਦ ਖੁਦਾ ਕਰਦਾ ਹੋਵੇ ਤੇ ਉਸ ਕਾਫਲੇ ਦਾ ਤੇ ਜਿਹੜਾ ਅਜ਼ੀਮ ਹੀ ਹੋਏਗਾ ਨਾ ਮੰਜ਼ਰ ਸੰਸਾਰ ਦੇ ਉੱਤੇ। ਇਹੀ ਕਾਰਨ ਹੈ ਕਿ ਜਿਉਂ-ਜਿਉਂ ਲੋਕਾਂ ਦੇ ਦਿਲਾਂ ਤੱਕ ਉਹ ਸੰਦੇਸ਼ ਪਹੁੰਚ ਰਿਹਾ ਔਰ ਸਭ ਤੋਂ ਵੱਡਾ ਜਿਹੜਾ ਲੋਕਾਂ ਨੂੰ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਉਹੀ ਰਾਤ ਉਸੇ ਜਗ੍ਹਾ ਤੇ ਜਿੱਥੇ ਮਾਂ ਜੀ ਤੇ ਸਾਹਿਬਜ਼ਾਦੇ ਬੈਠਦੇ ਆ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਜਿਸ ਪਾਸੇ ਨੂੰ ਜਾਂਦੇ ਆ ਉਹ ਮਾਰਗ ਆਲਰੇਡੀ ਬਣਿਆ ਸੀ ਗੁਰੂ ਗੋਬਿੰਦ ਸਿੰਘ ਮਾਰਗ ਜੀ। ਜਿੱਥੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਵਿਛੜਦੇ ਆ ਉਹ ਬਿਲਕੁਲ ਹੀ ਅਣਗੌਲੀ ਜਗ੍ਹਾ ਸੀ। ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਫਤਿਹਗੜ੍ਹ ਸਾਹਿਬ ਤੋਂ ਇਹ ਲਹਿਰ ਸ਼ੁਰੂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਨ ਸਹਿਯੋਗ ਦਿੱਤਾ, ਸਮੁੱਚਾ ਪੰਥ ਨਾਲ ਤੁਰਿਆ ਜੀ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਹਰ ਸੰਪਰਦਾ, ਹਰ ਸੰਸਥਾ ਨਾਲ ਚੱਲੀ, ਹਰ ਸਿੱਖ ਨਾਲ ਰੂਹ ਕਰਕੇ ਚੱਲਿਆ। ਉਹ ਕਾਫਲਾ ਇੰਨਾ ਵੱਡਾ ਹੋਇਆ ਕਿ ਅੱਜ ਲੱਖਾਂ ਦੀ ਗਿਣਤੀ 'ਚ ਦੁਨੀਆ ਭਰ ਵਿੱਚ ਬੈਠੇ ਸਿੱਖ ਆਸ ਭਰੀਆਂ ਨਿਗਾਹਾਂ ਦੇ ਨਾਲ ਜਿੱਥੇ ਵੀ ਬੈਠੇ ਉਹ ਸੁਰਤ ਕਰਕੇ ਜੁੜੇ ਹੁੰਦੇ ਨੇ ਤੇ ਇੱਕ ਵਾਕਈ ਡੂੰਘਾ ਅਹਿਸਾਸ ਲੈ ਕੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਅੱਖਾਂ ਦੇ ਨਮ ਹੋਣ ਦੀ, ਕਿਉਂਕਿ ਉਹ ਫੀਲਿੰਗ ਇਹ ਹੈ ਕਿ ਅੱਜ ਅਸੀਂ ਇਕੱਲੇ ਨਹੀਂ,
ਅੱਜ ਮਾਂ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਅਸੀਂ ਵੀ ਬਾਬਾ ਕੁੰਮੇ ਮਾਸ਼ਕੀ ਦੀ ਸ਼ਾਨ 'ਚ ਬੈਠੇ ਹਾਂ ਤੇ ਸਾਡੇ ਨਾਲ ਬਾਬੇ ਬੈਠੇ, ਮਾਤਾ ਜੀ ਬੈਠੇ ਆ, ਅੱਜ ਸਹੇੜੀ ਬੈਠੇ ਆ, ਅੱਜ ਕੋਤਵਾਲੀ ਦੀਆਂ ਸਿੱਖਾਂ ਸਾਨੂੰ ਅਹਿਸਾਸ ਕਰਵਾ ਰਹੀਆਂ ਕਿ ਜਿਸਮ ਤੇ ਕੈਦ ਕੀਤੇ ਜਾ ਸਕਦੇ ਆ ਪਰ ਸੋਚ ਨੂੰ ਗੁਲਾਮ ਨਹੀਂ ਕੀਤਾ ਜਾ ਸਕਦਾ। ਅੱਜ ਠੰਡੇ ਬੁਰਜ ਦੀ ਸਰਦਲ ਵੇਖੋ, ਕੁਝ ਕਦਮਾਂ ਦੇ ਉੱਤੇ ਦੀਵਾਨ ਹਾਲ ਹੈ, ਲੱਖਾਂ ਲੋਕ ਬੈਠ ਸਕਦੇ ਨੇ, ਪਰ ਇੱਥੇ ਠੰਡ 'ਚ ਬੈਠਣ ਦਾ ਮਨੋਰਥ ਹੱਠ ਨਹੀਂ ਹੈ, ਇੱਕ ਅਹਿਸਾਸ ਹੀ ਹੈ ਕਿ ਅਸੀਂ ਵੀ ਨਾਲ ਬੈਠੇ ਹਾਂ ਤੇ ਸਾਡੇ ਨਾਲ ਅੱਜ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 10 ਪੋਹ ਨੂੰ ਉਹ ਪਹੁੰਚਦੇ ਤੇ ਅਸੀਂ ਵੀ ਪਹੁੰਚ ਰਹੇ ਹਾਂ। ਸੋ ਇਸ ਲਈ ਪੰਥ ਦੇ ਅੰਦਰ ਇੱਕ ਡੂੰਘੀ ਜਿਹੜੀ ਫੀਲਿੰਗ ਹੈ ਨਾ, ਉਹ ਚੀਸ ਬਣ ਕੇ ਜਦੋਂ ਅੰਦਰੋਂ ਉੱਠਦੀ ਹੈ ਤੇ ਪੱਥਰ ਵੀ ਪਿਘਲ ਤੁਰਦੇ ਆ ਤੇ ਪਿਘਲ ਕੇ ਫਿਰ ਅਸਲੀ ਬੁੱਤ ਬਣਦਾ ਜੀ ਜਦੋਂ ਪਿਘਲ। ਅੱਛਾ, ਇਹ ਸ਼ਹਾਦਤ ਜਿਹੜੀ ਇੱਕ ਅਜਿਹਾ ਸੁਨੇਹਾ ਨਹੀਂ ਦਿੰਦੀ ਕਿ ਸ਼ਹਾਦਤਾਂ ਦੀ ਕੋਈ ਉਮਰ ਨਹੀਂ ਹੁੰਦੀ। ਛੋਟੇ ਸਾਹਿਬਜ਼ਾਦੇ, ਅੱਜ ਅਸੀਂ ਜਦੋਂ ਆਪਣੇ ਬੱਚਿਆਂ ਵੱਲ ਨਿਗਾਹ ਮਾਰੀਏ ਤਾਂ ਸ਼ਾਇਦ ਉਹਨਾਂ ਨੂੰ ਇੰਨੀ ਸਮਝ ਵੀ ਨਹੀਂ ਹੁੰਦੀ, ਤੇ ਛੋਟੇ ਸਾਹਿਬਜ਼ਾਦੇ ਨੇ ਇੰਨੀ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਸਾਕਾ ਕੀਤਾ ਔਰ ਉਸ ਤੋਂ ਬਾਅਦ ਇੱਕ ਉਦਾਹਰਨ ਪੇਸ਼ ਕੀਤੀ ਕਿ ਉਮਰਾਂ ਦਾ ਸ਼ਹਾਦਤਾਂ ਦੇ ਨਾਲ, ਸੋਚ ਨਾਲ, ਸਵਰਾਜ ਨਾਲ ਕੋਈ ਲੈਣਾ ਦੇਣਾ ਨਹੀਂ। ਦੋ ਬੇਨਤੀਆਂ ਇੱਥੇ ਮੈਂ ਕਰਨੀਆਂ ਚਾਹੁੰਦਾ ਵੀਰ ਹਰਪ੍ਰੀਤ ਸਿੰਘ ਜੀ। ਪਹਿਲੀ ਤੇ ਇਹ ਕਿ ਸ਼ਹਾਦਤ ਦਾ ਜਾਂ ਕੁਰਬਾਨੀ ਦਾ ਜਾਂ ਕਰਮ ਦਾ ਸੰਬੰਧ ਵਾਕਈ ਉਮਰ ਨਾਲ ਨਹੀਂ ਹੈ, ਔਰ ਸਿੱਖੀ ਦੇ ਅੰਦਰ ਜਿਹੜਾ ਬਚਪਨ ਹੈ, ਇੱਥੇ ਤੇ 12 ਵਰਿਆਂ ਦੇ ਬਾਲ ਦੀਆਂ ਬਾਤਾਂ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਬੱਚਾ ਨਹੀਂ, ਤੂੰ ਤੇ ਬਜ਼ੁਰਗ ਹੈ, ਤੇ ਪੰਥ ਅੱਜ ਤੱਕ ਬਾਬਾ ਬੁੱਢਾ ਕਹਿ ਕੇ ਉਹਨਾਂ ਨੂੰ ਬੁਲਾਉਂਦਾ। ਤੋ ਇੱਥੇ ਬਜ਼ੁਰਗੀ ਉਮਰਾਂ ਕਰਕੇ ਨਹੀਂ, ਕਰਮ ਕਰਕੇ ਆ, ਦਿਆਨੰਦਾਰੀ ਕਰਕੇ, ਸੰਜੀਦਗੀ ਕਰਕੇ ਆ। ਦੂਸਰੀ ਗੱਲ, ਕਈ ਵਾਰੀ ਨਾ ਮੈਂ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਗੁਰੂ ਕੇ ਲਾਲਾਂ ਦੀ ਉਮਰ ਛੋਟੀ ਹੈ, ਪਰ ਹੁਣ ਅਹਿਸਾਸ ਹੋਇਆ ਕਿ ਅਸੀਂ ਉਮਰ ਭੋਗ ਕੇ ਮਰ ਜਾਣਾ। ਸਾਡੇ ਤੋਂ ਪਹਿਲਾਂ ਵੀ ਸੈਂਕੜੇ ਸਾਲ ਜੀਉ ਕੇ ਲੋਕ ਚਲੇ ਗਏ, ਬਾਅਦ 'ਚ ਵੀ ਚਲੇ ਜਾਣਗੇ। ਉਹ ਸਦਾ ਨੇ, ਉਹਨਾਂ ਦੀ ਉਮਰ ਕਦੀ ਛੋਟੀ ਨਹੀਂ, ਉਹ ਸਦਾ ਹੀ ਉਮਰ ਲੰਬੇਰੀ ਹੈ, ਸਦਾ ਹੀ ਸਾਡੇ ਵਾਸਤੇ ਉਹ ਅੱਜ ਨਾਲ ਖੜੇ ਨੇ। ਸੋ ਇਸ ਵਾਸਤੇ ਸਿੱਖੀ ਇਹੀ ਸਿਖਾਉਂਦੀ ਹੈ ਕਿ ਸਿੱਖੀ ਦਾ ਬਚਪਨ ਕਿੰਨਾ ਗੰਭੀਰ ਹੋਵੇ। ਠੰਡਾ ਬੁਰਜ ਇਹ ਸਿਖਾਉਂਦਾ ਹੈ ਕਿ ਮਾਵਾਂ ਦਾ ਫਰਜ਼ ਕਿੰਨਾ ਸੰਜੀਦਾ ਹੋਵੇ। ਮਾਂ ਗੁਜਰੀ ਜੀ ਨੂੰ ਜਦੋਂ ਚੇਤੇ ਕਰਦੇ ਹਾਂ, ਸੋ ਗੱਲ ਭਾਵੇਂ ਉਹ ਬਜ਼ੁਰਗੀ ਦੀ ਮਾਂ ਗੁਜਰੀ ਜੀ ਦੀ ਹੈ, ਭਾਵੇਂ ਉਹ ਬਾਲ ਉਮਰ ਸਾਹਿਬਜ਼ਾਦਿਆਂ ਦੀ ਹੈ, ਦੋਨਾਂ ਦੇ ਅੰਦਰ ਕਿੱਦਾਂ ਦੀ ਪ੍ਰੋੜਤਾ ਹੋਵੇ ਤਾਂ ਕਿ ਕੌਮ ਦਾ ਮਹਿਲ ਜਿਹੜਾ ਉਸਰ ਸਕੇ। ਚਲੋ, ਤੁਸੀਂ ਪ੍ਰੋੜਤਾ ਦੀ ਗੱਲ ਕੀਤੀ ਹੈ, ਪਰ ਜਦੋਂ ਅਸੀਂ ਅੱਜ ਆਪਣੇ ਘਰਾਂ ਦੇ ਵਿੱਚ ਨਿਗਾਹ ਪਾਉਂਦੇ ਹਾਂ, ਆਪਣੇ ਪਰਿਵਾਰਾਂ ਦੇ ਵਿੱਚ ਨਿਗਾਹ ਪਾਉਂਦੇ ਹਾਂ, ਉਸ ਪ੍ਰੋੜਤਾ ਦੀ ਅਣਹੋਂਦ ਹੈ, ਵੱਡੀ ਅਣਹੋਂਦ ਹੈ। ਅੱਜ ਕ੍ਰਿਸਮਸ ਤਾਂ ਸਾਰਿਆਂ ਨੂੰ ਯਾਦ ਹੋਊਗਾ, ਪਰ ਕਿਸੇ ਕਿਸੇ ਨੂੰ ਯਾਦ ਹੋਏਗਾ ਕਿ ਠੰਡੇ ਬੁਰਜ ਦੇ ਵਿੱਚ ਜਾਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਚਣਾਏ ਗਏ ਸਨ। ਹਰ ਧਰਮ ਦਾ ਆਪਣਾ ਆਪਣਾ ਕਲਚਰ ਹੈ ਔਰ ਉਹਨਾਂ ਨੂੰ ਮੁਬਾਰਕ ਵੀ ਹੈ ਨਾ। ਹਰ ਸ਼ਖਸ ਨੂੰ ਚਾਹੀਦਾ ਵੀ, ਅਸੀਂ ਸਿਫਾਰਿਸ਼ ਵੀ ਕਰਾਂਗੇ। ਮੈਂ ਸਗੋਂ ਸਿੱਖੀ ਦਾ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਵੀ ਕਰਾਂਗਾ ਕਿ ਹਰ ਕ੍ਰਿਸਚਨ ਨੂੰ ਕ੍ਰਿਸਮਸ ਚੇਤੇ ਰੱਖਣੀ ਚਾਹੀਦੀ ਹੈ। ਸਾਡੇ ਬੱਚਿਆਂ ਨੂੰ ਵੀ ਕੰਪੈਰੇਟਿਵ ਗਿਆਨ ਹੋਣਾ ਚੰਗੀ ਗੱਲ ਹੈ, ਕੋਈ ਬੁਰੀ ਗੱਲ ਨਹੀਂ ਹੈ। ਕੰਪੈਰੇਟਿਵ ਸਟੱਡੀ ਵੀ ਕਰਨੀ ਚਾਹੀਦੀ ਹੈ, ਕੰਪੈਰੇਟਿਵ ਗਿਆਨ ਵੀ ਹੋਣਾ ਚਾਹੀਦਾ। ਪਰ ਸਾਡਾ ਕਲਚਰ, ਸਾਡਾ ਸੱਭਿਆਚਾਰ ਉਹ ਦੁਨੀਆ ਦੇ ਰੰਗ ਤਮਾਸ਼ੇ ਤੇ ਜੀਭ ਦੇ ਚਸਕੇ ਨਹੀਂ ਸਾਡਾ, ਹਾਂ, ਖਾਸ ਕਰਕੇ। ਔਰ 25 ਦਸੰਬਰ 10 ਪੋਹ ਨੂੰ ਇਸੇ ਠੰਡੇ ਬੁਰਜ ਦੇ ਅੰਦਰ ਮਾਂ ਜੀ ਤੇ ਸਾਹਿਬਜ਼ਾਦੇ ਪਹੁੰਚੇ ਸਨ, ਧਰਮ ਦੀ ਬੁਨਿਆਦ ਪੱਕੀ ਕਰਨ ਵਾਸਤੇ, ਮਨੁੱਖਤਾ ਦੇ ਵਾਸਤੇ ਇੱਕ ਮੀਲ ਪੱਥਰ ਬਣ ਕੇ। ਕੇਵਲ ਸਿੱਖਾਂ ਵਾਸਤੇ ਨਹੀਂ, ਜ਼ੁਲਮ ਦੀ ਹਕੂਮਤ ਸਰਮਦ ਵਰਗੇ ਫਕੀਰ ਨੂੰ ਕਤਲ ਕਰ ਰਹੀ ਸੀ, ਦਾਰਾ ਸ਼ਿਕੋਹ ਵਰਗੇ ਦਰਵੇਸ਼ ਪੁਰਖ ਨੂੰ ਕਤਲ ਕੀਤਾ ਜਿਹੜੇ ਮੁਸਲਮਾਨ ਸਨ। ਸੋ ਉਹ ਸਾਰਿਆਂ ਦੇ ਵਾਸਤੇ ਢਾਲ ਬਣ ਕੇ ਗੁਰੂ ਕੇ ਲਾਲ ਤੇ ਮਾਂ ਜੀ ਇੱਥੇ ਪਹੁੰਚਦੇ ਆ। ਇਸ ਵਾਸਤੇ ਉਹ ਮਨੁੱਖਤਾ ਦੇ ਰਹਿਬਰ ਬਣ ਕੇ, ਮਨੁੱਖਤਾ ਦੇ ਪ੍ਰੇਰਨਾ ਸਰੋਤ ਬਣ ਕੇ, ਕੁਰਬਾਨੀ ਦੇ ਮੁਜੱਸਮੇ ਬਣ ਕੇ ਪਹੁੰਚਦੇ ਆ। ਤਾਂ ਸਾਨੂੰ ਖਾਸ ਕਰਕੇ ਸਿੱਖ ਅਖਵਾਉਣ ਵਾਲਿਆਂ ਨੂੰ ਤੇ ਫਖਰ ਹੋਣਾ ਚਾਹੀਦਾ ਨਾ ਕਿ ਅੱਜ ਦਾ ਦਿਨ, 25 ਦਸੰਬਰ ਦਾ ਦਿਨ, ਖਾਸ ਕਰਕੇ ਜਿੰਨੀਆਂ ਸਭਾ ਸੁਸਾਇਟੀਆਂ ਨੇ, ਗੁਰੂ ਘਰਾਂ ਦੇ ਪ੍ਰਬੰਧਕ ਨੇ, ਸਾਡੀਆਂ ਸੰਸਥਾਵਾਂ, ਸੰਪਰਦਾਵਾਂ, ਮਹਾਂਪੁਰਖ, ਨਿਹੰਗ ਸਿੰਘ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਖਾਸ ਕਰਕੇ ਜਿਹੜੇ ਟੁੱਟ ਵੀ ਚੁੱਕੇ ਨੇ ਨਾ ਕਿਸੇ ਕਾਰਨ ਕਰਕੇ, ਮੇਰੀ ਅਵਗਿਆ ਕਿ ਮੈਂ ਪ੍ਰਚਾਰ ਦੇ ਫਰਜ਼ ਪੂਰੇ ਨਹੀਂ ਨਿਭਾਏ, ਕੋਈ ਨਸ਼ੇ ਵੱਲ ਚਲਿਆ ਗਿਆ, ਪਤਤ ਪੁਣੇ ਵੱਲ, ਤੇ ਇੱਕ ਪਿਤਾ ਗਿਆ ਤੇ ਪੁੱਤਰ ਗਿਆ, ਪੋਤਰੇ, ਉਹ ਪਰਿਵਾਰ ਟੁੱਟ ਜਾਂਦਾ। ਉਹਨਾਂ ਦੇ ਘਰ ਜਾ ਕੇ ਕੋਈ ਗੱਲ ਨਹੀਂ, ਕੋਈ ਕੌੜਾ ਵੀ ਬੋਲ ਦੇਗਾ, ਗਲਵੱਕੜੀ 'ਚ ਲੈ ਕੇ 2 ਮੀਟਰ ਦਾ ਪਰਨਾ ਹੀ ਭਾਵੇਂ ਸਿਰ ਤੇ ਬੰਨ੍ਹ ਕੇ ਉਹਨਾਂ ਨੂੰ ਅਹਿਸਾਸ ਕਰਾਈਏ ਕਿ ਤੁਹਾਡਾ ਮੂੰਹ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਹੋਵੇ, ਠੰਡੇ ਬੁਰਜ ਵਾਲੇ ਪਾਸੇ ਨੂੰ ਹੋਵੇ, ਇੱਕ ਅਹਿਸਾਸ, ਤਾਂ ਕਿ ਵਿਗੜੀ ਸਵਾਰ ਸਕੀਏ। ਸੋ 25 ਦਸੰਬਰ ਤਿਉਹਾਰ ਸ਼ਬਦ ਤੋਂ ਨਾ ਕਈ ਵਾਰੀ ਇਦਾਂ ਮਹਿਸੂਸ, ਮੈਂ ਸੁਨੇਹਾ ਦਿੱਤਾ ਸੀ ਤਿਉਹਾਰ ਸਾਡਾ, ਕਈਆਂ ਨੂੰ ਐਂ ਲੱਗਦਾ ਕਿ ਤਿਉਹਾਰ ਸਿਰਫ ਖੁਸ਼ੀਆਂ ਦਾ ਹੁੰਦਾ, ਅਸਲ 'ਚ ਉਹ ਸੱਭਿਆਚਾਰ ਹੁੰਦਾ। ਤੇ ਸਾਡਾ ਸੱਭਿਆਚਾਰ ਤੇ ਸਦਾ ਹੀ ਨਿੱਤ ਨਵੇਂ ਦਿਨ, ਨਵੀਂ ਕੁਰਬਾਨੀ ਹੈ। ਇਸੇ ਸੱਭਿਆਚਾਰ ਤੇ ਸਾਨੂੰ ਮਾਣ ਹੈ। ਤਾਂ ਅਸੀਂ, ਮੈਂ ਤੁਹਾਡੇ ਜ਼ਰੀਏ ਦੇ ਨਾਲ PTC ਸਿਮਰਨ ਦੇ ਮਾਧਿਅਮ ਨਾਲ ਮੈਂ ਇਹ ਬੇਨਤੀ ਕਰਦਾ, ਬੜੀ ਜ਼ਰੂਰੀ, ਕਿ ਹਰ ਗੁਰਦੁਆਰਾ ਸਾਹਿਬ ਦੇ ਅੰਦਰ
ਬੱਚਿਆਂ ਦੇ ਕੁਇਜ਼ ਮੁਕਾਬਲੇ, ਉਹਨਾਂ ਨੂੰ ਭਾਵੇਂ ਛੋਟੇ ਛੋਟੇ ਸਵਾਲ ਪੁੱਛ ਕੇ ਛੋਟਾ ਜਿਹਾ ਗਿਫਟ ਦਿਓ, ਇੱਕ ਲਹਿਰ ਬਣ ਜਾਏ, ਇੱਕ ਜਾਗਰਤੀ ਦੀ ਲਹਿਰ ਬਣ ਜਾਏ ਕਿ 25 ਦਸੰਬਰ ਨੂੰ ਸਾਡਾ ਰੁੱਖ ਜਿਹੜਾ ਉਹ ਗੁਰੂ ਘਰ ਵਾਲੇ ਪਾਸੇ, ਸਾਹਿਬਜ਼ਾਦਿਆਂ ਵਾਲੇ ਪਾਸੇ, ਮਾਂ ਗੁਜਰੀ ਜੀ ਵਾਲੇ ਪਾਸੇ। ਅੱਛਾ, ਤੁਸੀਂ ਕੈਂਪੇਨ ਸ਼ੁਰੂ ਕੀਤੀ ਹੈ ਸਾਡਾ ਵਿਰਸਾ ਸਾਡਾ ਪਰਿਵਾਰ, ਗਲਵੱਕੜੀ ਲੈਣ ਦੀਆਂ ਵੀ ਤੁਸੀਂ ਗੱਲਾਂ ਕਰਦੇ ਹੋ, ਔਰ ਇਹ ਕੈਂਪੇਨ ਤੁਸੀਂ ਕਾਫੀ ਚਿਰ ਤੋਂ, ਹੁਣ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਕੀਤੀ ਪਈ ਹੈ। ਕਿੱਦਾਂ ਕੁ ਰੁਝਾਨ ਆ ਰਿਹਾ, ਕਿਉਂਕਿ ਤੁਸੀਂ ਸੰਗਤ ਦੇ ਵਿੱਚ ਬਹਿੰਦੇ ਹੋ, ਸੰਗਤ ਦੇ ਨਾਲ ਤੁਹਾਡੇ ਤਜਰਬੇ ਸਾਂਝੇ ਹੁੰਦੇ ਨੇ, ਇਹਦੇ ਬਾਰੇ ਦੱਸੋ ਕਿ ਸੰਗਤਾਂ ਕੀ ਸੋਚਦੀਆਂ ਨੇ? ਰੁਝਾਨ ਏਡੇ ਕਮਾਲ ਦਾ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਸਹਿਬਾਨ ਅੱਜ ਹੀ ਪਟਿਆਲੇ ਤੋਂ ਮੇਰੇ ਨਾਲ ਲਿੰਕ ਕਰ ਰਹੇ ਸੀ, ਉਹ ਆਪਣੇ ਤੌਰ ਤੇ ਬੋਰਡ ਛਪਾ ਕੇ ਆਪਣੇ ਨਾਂ ਥੱਲੇ ਦੇ ਕੇ, ਕਿਉਂਕਿ ਇਹ ਕਿਸੇ ਦਾ ਨਿੱਜੀ ਤਾਂ ਹੈ ਨਹੀਂ, ਹਰ ਸੰਸਥਾ ਆਪਣਾ ਨਾਂ, ਆਪਣਾ ਫੋਨ ਨੰਬਰ, ਕੰਟੈਕਟ ਵਰਤੇ। 535 ਜਗ੍ਹਾ ਦੇ ਉੱਤੇ ਮਾਝੇ ਦੇ ਵਿੱਚ ਜਿਹੜਾ ਲਿਟਰੇਚਰ ਵੰਡਣ ਦਾ ਜਿਹੜਾ ਕਾਰਜ ਹੈ ਉਹ ਸ਼ੁਰੂ ਕੀਤਾ, ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੀਆਂ ਜਥੇਬੰਦੀਆਂ ਆਪ ਕੰਮ ਕਰ ਰਹੀਆਂ, ਕਿਸੇ ਇੱਕ ਦੇ ਬੈਨਰ ਥੱਲੇ ਨਹੀਂ, ਹਰ ਸੰਸਥਾ ਆਪ ਲਿਟਰੇਚਰ ਵੰਡ ਕੇ ਚੌਂਕਾਂ 'ਚ ਬੱਚੇ ਖੜ੍ਹ ਕੇ, ਤਾਂ ਕਿ ਲੋਕਾਂ ਤੱਕ ਇਹ ਸੁਨੇਹਾ ਪਹੁੰਚਾ ਸਕੇ ਕਿ ਸਾਹਿਬਜ਼ਾਦਿਆਂ ਨੇ ਅੱਜ ਕੀ ਕੀਤਾ ਸੀ, ਕਿਹੜੇ ਮੁਕਾਮ ਤੇ ਪਹੁੰਚੇ ਸੀ ਠੰਡੇ ਬੁਰਜ। ਸੋ ਇਹਦੇ ਲਈ ਵੱਡੇ ਪੱਧਰ ਦੇ ਉੱਤੇ ਟੀਮਾਂ ਬਣਾਈਆਂ ਗਈਆਂ। ਸਾਡੇ ਇੱਥੋਂ ਵੀਰਾਂ ਦੀਆਂ ਟੀਮਾਂ, ਇੱਥੋਂ ਦੀ ਜਿਹੜੀ ਹੈ ਬਾਰ ਕੌਂਸਲ, ਉਹ ਸਾਡਾ ਬਹੁਤ ਸਹਿਯੋਗ ਕਰ ਰਹੀ ਹੈ, ਤੇ ਮੋਰਿੰਡੇ ਦੇ ਉੱਤੋਂ ਰੋਪੜ ਤੋਂ ਬਾਰ ਕੌਂਸਲ ਸਾਰੀ, ਤੇ ਉਹ ਐਡਾ ਵਧੀਆ ਸਹਿਯੋਗ ਕਰ ਰਹੇ ਨੇ ਕਿ ਉਹ ਵੀਰ ਸਕੂਲਾਂ ਵਿੱਚ ਸੰਪਰਕ ਕਰ ਰਹੇ ਨੇ ਕਿ ਆਓ ਉੱਥੇ ਸਾਰਿਆਂ ਨੂੰ ਨਾਲ ਲੈ ਕੇ, ਜ਼ਰੂਰੀ ਨਹੀਂ ਸਿਰਫ ਸਿੱਖਾਂ ਨੂੰ, ਕਿਉਂਕਿ ਮੈਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਕਿ ਇਸੇ ਧਰਤੀ ਦੇ ਉੱਤੇ ਪਿਛਲੇ ਤੋਂ ਪਿਛਲੇ ਸਾਲ ਕੇਰਲਾ ਦੀ ਇੱਕ ਜੱਜ ਸੀ ਲੇਡੀ, ਕਟਿੰਗ ਉਹਨਾਂ ਕੀਤੀ ਸੀ ਸ਼ਾਇਦ ਕ੍ਰਿਸਚਨ ਸਾਨੂੰ, ਤੇ ਉਹ ਮੈਂ ਸਾਹਿਬਜ਼ਾਦਿਆਂ ਦਾ ਇਦਾਂ ਹੀ ਠੰਡੇ ਫਰਸ਼ ਤੇ ਖੜ ਕੇ ਇਤਿਹਾਸ ਦੱਸ ਰਿਹਾ ਸੀ, ਤੇ ਉਸ ਬੀਬੀ ਦੀਆਂ ਅੱਖਾਂ 'ਚ ਪਰਲ ਪਰਲ ਹੰਝੂ ਵਹਿ ਰਹੇ ਸੀ। ਸੋ ਇਹ ਦਿਲ ਨੂੰ ਦਰਵਣ ਵਾਲੀ ਗਾਥਾ ਆ, ਸੋ ਅਸੀਂ ਸਾਰਿਆਂ ਨੂੰ ਦੱਸੀਏ ਤਾਂ ਕਿ ਇੱਕ ਆਦਰਸ਼ਕ ਜਿਹੜਾ ਬਚਪਨਾ ਹੈ ਨਾ ਉਹ ਸਿਰਜਿਆ ਜਾ ਸਕੇ, ਉਹਨਾਂ ਨੂੰ, ਬੱਚਿਆਂ ਨੂੰ ਪਤਾ ਲੱਗੇ ਕਿ ਉਮਰਾਂ ਛੋਟੀਆਂ ਗੈਰ ਜ਼ਿੰਮੇਵਾਰੀ ਵਾਲੀਆਂ ਨਹੀਂ ਹੁੰਦੀਆਂ, ਬਹੁਤ ਕੁਝ ਸਿਰਜ ਸਕਦੇ ਆ। ਅੱਛਾ ਭਾਈ ਸਾਹਿਬ, ਇੱਕ ਮੇਰਾ ਨਿੱਜੀ ਸਵਾਲ ਵੀ ਹੈ, ਅਸੀਂ ਕਈ ਵਾਰ ਨਿਰਾਸ਼ਾਵਾਦੀ ਜ਼ਿਆਦਾ ਹੋ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਸਾਡੀ ਕੌਮ ਪਤਾ ਨਹੀਂ ਕੁਰਾਹੇ ਪੈ ਗਈ, ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਸਾਡੀ ਸਿੱਖੀ ਕਿੱਧਰ ਨੂੰ ਜਾ ਰਹੀ ਹੈ, ਪਤਿਤਪੁਣਾ ਵੱਧ ਰਿਹਾ, ਨਸ਼ਾ ਵੱਧ ਰਿਹਾ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਥੋੜ੍ਹਾ ਜਿਹਾ ਆਸ਼ਾਵਾਦੀ ਨਹੀਂ ਹੋਣਾ ਚਾਹੀਦਾ? ਜਿਵੇਂ ਤੁਹਾਡੀਆਂ ਮੈਂ ਗੱਲਾਂ ਸੁਣਦਾ, ਜਿਵੇਂ ਸੰਗਤਾਂ ਦਾ ਰੁਝਾਨ ਹੈ, ਸੰਗਤਾਂ ਤੁਹਾਡੇ ਕੋਲ ਆ ਕੇ ਗੱਲਾਂ ਕਰਦੀਆਂ ਨੇ, ਐਡੀ ਫਿਕਰ ਵਾਲੀ ਗੱਲ ਹੈਗੀ? ਜਦੋਂ ਤੇ ਅੰਦਰ ਬੈਠ ਕੇ ਗੱਲਾਂ ਕਰਨੀਆਂ ਹੋਣ, ਹੈ ਨਾ, ਏਸੀ ਲਾ ਕੇ ਜਾਂ ਰਜਾਈਆਂ 'ਚ ਬੈਠ ਕੇ, ਹਾਂ ਫੇਸਬੁੱਕ ਤੇ, ਖਾਸ ਕਰਕੇ ਫੇਸਬੁੱਕ, ਫਿਰ ਤੇ ਵਾਕਈ ਇਹ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਹੈ ਨਾ, ਫਿਰ ਤੇ ਹੋਰ ਕੋਈ ਉਂਗਲਾਂ ਚੱਲਣੀਆਂ ਹੀ ਨਹੀਂ। ਤੇ ਜਦੋਂ ਕਾਰਜਸ਼ੀਲ ਹੋਵਾਂਗੇ ਤੇ ਇੱਕ ਵੀ ਰਿਜ਼ਲਟ ਆਉਂਦਾ ਤੇ ਖੁਸ਼ੀ ਹੁੰਦੀ ਹੈ, ਕੰਮ ਕਰਕੇ ਨਤੀਜਾ ਭਾਵੇਂ ਉਹ 1% ਆਉਂਦਾ, -1% ਆਉਂਦਾ, ਫਿਰ ਆਊਟਪੁੱਟ ਮਿਹਨਤ ਦਾ ਰਿਜ਼ਲਟ ਲੱਭਦਾ ਤੇ ਖੁਸ਼ੀ ਹੁੰਦੀ ਹੈ ਤੇ ਪੋਜ਼ਿਟਿਵ એનર્ਜੀ ਆਉਂਦੀ ਹੈ। ਇਸ ਵਾਸਤੇ ਮੈਂ ਖਾਸ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਂਗਲਾਂ ਚਲਾ ਕੇ ਨੈਗੇਟਿਵ ਨਾ ਸੋਚੀਏ, ਕਾਰਜਸ਼ੀਲ ਹੋਈਏ। ਰਿਜ਼ਲਟ ਵਾਕਈ ਆਏ ਨੇ ਵੀ ਜੀ, ਤੁਸੀਂ ਵੇਖੋ ਇੰਸਟੀਟਿਊਸ਼ਨ ਨੇ ਆਲੇ ਦੁਆਲੇ, ਸਿੱਖੀ ਸਰੂਪ 'ਚ ਚੜ੍ਹਦੀ ਕਲਾ 'ਚ ਨੌਜਵਾਨ ਨਜ਼ਰ ਆ ਰਹੇ ਨੇ। ਦਸਤਾਰਾਂ ਦਾ ਇੱਕ ਚੰਗਾ ਟ੍ਰੈਂਡ, ਇੱਥੇ ਦਸਤਾਰਾਂ ਦੇ ਲੰਗਰ ਲੱਗਣੇ ਸ਼ੁਰੂ ਹੋਏ ਸੀ ਪਹਿਲੀ ਵਾਰੀ, ਅੱਜ ਪੂਰੇ ਪੰਜਾਬ 'ਚ ਦਸਤਾਰਾਂ ਦੇ ਲੰਗਰ ਲੱਗ ਰਹੇ ਆ। ਇਸ ਵਾਰੀ ਯੂਕੇ ਦੀਆਂ ਸੰਗਤਾਂ ਨਾਲ ਕਿਤਾਬਾਂ ਦਾ ਗਿਆਨ ਲੰਗਰ ਸਾਡੇ ਨਾਲ ਚਾਰੇ ਪੜਾਵਾਂ ਦੇ ਉੱਤੇ 22, 23, 24, 25 ਨੂੰ ਉਹ ਸਪੈਸ਼ਲ ਆ ਰਹੇ। ਇਦਾਂ ਹੀ ਅਸੀਂ ਸਾਰਿਆਂ ਨੂੰ ਗਲਵੱਕੜੀ 'ਚ ਲਈਏ, ਹਰ ਸੰਸਥਾ ਆਵੇ ਇੱਥੇ, ਉਹ ਆਪੋ ਆਪਣਾ ਯੋਗਦਾਨ, ਜਿਵੇਂ ਪਿੰਡਾਂ ਦੇ ਸਾਰੇ ਲੋਕ ਪ੍ਰਸ਼ਾਦੇ ਦਾ ਲੰਗਰ ਲਾਉਂਦੇ ਆ, ਤਾਂ ਹਰ ਕੋਈ ਇਦਾਂ ਜਦੋਂ ਕਰੇਗਾ ਤੇ ਫਿਰ ਇੱਕ ਦੂਜੇ ਨੂੰ ਕੋਸਾਂਗੇ ਨਹੀਂ, ਵਾਕਈ ਪੋਜ਼ਿਟਿਵ એનર્ਜੀ ਆਏਗੀ, ਔਰ ਨਤੀਜੇ ਤੇ ਗੁਰੂ ਨੇ ਦੇਣੇ, ਅਸੀਂ ਤੇ ਸਿਰਫ ਇੱਕ ਪੁਤਲੇ ਆ ਵਿੱਚ। ਚਲੋ ਇੱਕ ਆਖਰੀ ਸਵਾਲ ਹੈਗਾ, ਸੰਗਤ ਵੈਸੇ ਵੀ ਹੁਮਾ ਕੇ ਪਹੁੰਚਦੀ ਹੈ ਜਦੋਂ ਖਾਸ ਤੌਰ ਤੇ ਸ਼ਹੀਦੀ ਦਿਨ ਹੁੰਦੇ ਨੇ, ਵਾਰ-ਵਾਰ ਸੁਨੇਹੇ ਵੀ ਦਿੱਤੇ ਜਾਂਦੇ ਨੇ ਕਿ ਜਦੋਂ ਤੁਸੀਂ ਉਸ ਧਰਤੀ ਤੇ ਜਾਓ, ਦਿਲ ਦੇ ਵਿੱਚ ਇੱਕ ਜਜ਼ਬਾ ਲੈ ਕੇ ਜਾਇਓ, ਦਿਲ ਦੇ ਵਿੱਚ ਇੱਕ ਫੀਲਿੰਗ ਲੈ ਕੇ ਜਾਇਓ ਕਿ ਅਸੀਂ ਉਸ ਸਥਾਨ ਤੇ ਚੱਲੇ ਹਾਂ ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹਾਦਤ ਜਿਨ੍ਹਾਂ ਨੇ ਪ੍ਰਾਪਤ ਕੀਤੀ, ਜਿਨ੍ਹਾਂ ਦੀ ਮਾਤਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ, ਉਸ ਅਕੀਦੇ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਈਏ, ਨਾ ਸਿਰਫ ਇਸ ਲਈ ਜਾਈਏ ਕਿ ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਮਿਲਣਗੇ, ਬੜੇ ਸਾਰੇ ਲੰਗਰ ਮਿਲਣਗੇ, ਬੜਾ ਸਾਰਾ ਰਸ਼ ਹੋਏਗਾ ਤੇ ਇਕੱਠ ਦੇ ਵਿੱਚ ਜਾਵਾਂਗੇ। ਵੀਰ ਜੀ ਹਰਪ੍ਰੀਤ ਸਿੰਘ ਜੀ, ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨਾਂ ਨੇ, ਇੱਥੋਂ ਦੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ ਨੇ, ਪਿਛਲੇ ਸਮੇਂ ਦੌਰਾਨ ਨਾ ਇੱਕ ਬੜਾ ਵਧੀਆ ਉਦਮ ਹੋਇਆ ਕਿ 12 ਤਰੀਕ ਨੂੰ, 12 ਦਸੰਬਰ ਨੂੰ ਸਾਰੇ ਲੰਗਰ ਜਿਹੜੇ ਹਜ਼ਾਰਾਂ ਲੱਗਦੇ ਆ ਲੰਗਰਾਂ ਵਾਲੇ ਵੀਰ, ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ। 2 ਕੰਮ ਬੰਦ ਹੋ ਗਏ ਆ, ਕਿਤੇ ਕੋਈ 1-ਅੱਧਾ% ਹੋਏ ਪਤਾ ਨਹੀਂ, ਇੱਕ ਤੇ ਮਠਿਆਈਆਂ ਤੇ ਰੌਲਾ ਰੱਪਾ, ਲਾਊਡ ਸਪੀਕਰ ਬੰਦ ਹੋ ਗਏ, ਤੇ ਉਹ ਜਿਹੜਾ ਸੀ ਜਸ਼ਨ ਮਨਾਉਣ ਵਾਲਾ ਇੱਕ ਪ੍ਰਵਿਰਤੀ ਉਹ ਬੰਦ ਹੋ ਗਈ। ਦੂਸਰੀ ਬੇਨਤੀ ਜਿਹੜੀ ਹੈ, ਨੌਜਵਾਨ ਜਿਹੜਾ ਹੁੰਦਾ ਹੁਣ ਉਹ ਵਾਕਈ ਸੰਜੀਦਗੀ ਨਾਲ ਆ ਰਿਹਾ। ਮੈਂ ਰਾਤ ਦੇ 2-2 ਵਜੇ ਵੀ ਉਹਨਾਂ ਦਿਨਾਂ 'ਚ 4 ਦਿਨ ਜਦੋਂ ਥੋੜਾ ਵਿਜ਼ਿਟ ਕਰੀਦਾ, ਲੱਭੀ ਦਾ ਕੱਲਾ ਬੱਚਾ ਲੱਭੀ ਦਾ, ਨੌਜਵਾਨ ਲੱਭੀ ਦਾ, ਤੇ ਕੋਸ਼ਿਸ਼ ਕਰੀਦਾ ਨਾ 2 ਮਿੰਟ ਗੱਲਾਂ ਕਰੀਏ, ਉਹਦਾ ਇਫੈਕਟ ਸਟੇਜਾਂ ਤੇ ਬੋਲਣ ਨਾਲੋਂ ਜ਼ਿਆਦਾ ਹੁੰਦਾ।
ਔਰ ਸੱਚੀ ਮੁੱਚੀ ਗੱਲਾਂ ਕਰਦਿਆਂ ਇਦਾਂ ਦਾ ਐਕਸਪੀਰੀਅੰਸ ਹੁੰਦਾ ਹੈ ਕਿ ਉਹ ਪਹਿਲਾਂ ਹੀ ਜਿਵੇਂ ਫਿਸਿਆ ਪਿਆ ਹੋਵੇ ਤੇ ਸਾਹਿਬਜ਼ਾਦਿਆਂ ਦਾ ਨਾਂ ਲਿਆ ਅੱਖਾਂ 'ਚ ਹੰਝੂ ਵਹਿਣੇ ਸ਼ੁਰੂ ਹੋ ਜਾਂਦੇ। ਇਸ ਤਰ੍ਹਾਂ ਦੀ ਦੂਜੀ ਬੇਨਤੀ ਮੈਂ ਇਹ ਜ਼ਰੂਰ ਕਰਨੀ ਚਾਹਾਂਗਾ ਕਿ ਸਾਡਾ ਇੱਕ ਸੁਭਾਅ ਬਣਿਆ ਕਿ ਜਦੋਂ ਸ਼ਤਾਬਦੀ ਜੋੜ ਮੇਲੇ ਲੰਘਦੇ ਨੇ ਫਿਰ ਅਸੀਂ ਕਹਿੰਦੇ ਆ ਨਹੀਂ ਇਦਾਂ ਹੋਣਾ ਚਾਹੀਦਾ ਸੀ, ਆਹ ਖਰਚਾ ਵੱਧ ਹੋਇਆ। ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਥੋਂ ਦਾ ਸੇਵਾਦਾਰ ਹੋਣ ਦੇ ਨਾਤੇ ਤੁਸੀਂ ਸੁਜੈਸ਼ਨ ਜੇ ਦਿਓ ਅਸੀਂ ਹੋਰ ਵਧੀਆ ਕਿੱਦਾਂ ਕਰੀਏ, ਹੋਰ ਕਿੱਦਾਂ ਚੰਗੇ, ਕਿਉਂਕਿ ਬਹੁਤ ਸਾਰੇ ਚੰਗੇ ਦਿਮਾਗ ਵਾਲੇ ਚੰਗੀ ਸੋਚ ਵਾਲੇ ਸਿੱਖ ਬੈਠੇ ਆ। ਤੁਸੀਂ ਪ੍ਰੇਰਨਾ ਦਿਓ ਸਾਨੂੰ, ਜੀ ਕਰਦਾ ਚੰਗਾ ਕਰੀਏ। ਹੋ ਸਕਦਾ ਬੁੱਧ ਮੱਤ ਥੋੜੀ ਹੋਵੇ, ਹੋਰ ਚੰਗਾ ਨਾ ਕਰ ਪਾ ਰਹੇ ਹੋਈਏ। ਸੋ ਇਹ ਖੁੱਲ੍ਹ ਕੇ ਤੁਸੀਂ ਆਪਣਾ ਪਰਿਵਾਰ ਸਮਝ ਕੇ ਤੇ ਸਾਰੇ ਸੁਜੈਸ਼ਨ ਵੀ ਦਿਓ, ਸਾਰੇ ਯਤਨਸ਼ੀਲ ਵੀ ਹੋਵੋ, ਪੋਜ਼ਿਟਿਵ ਸੋਚ ਲੈ ਕੇ ਅੱਗੇ ਨੂੰ ਵਧੀਏ ਜੇ ਆਪਣੇ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕ ਸਕੀਏ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਤੇ ਆਸ ਅਸੀਂ ਇਹੀ ਕਰਦੇ ਹਾਂ ਤੇ ਅਰਦਾਸ ਵੀ ਇਹੀ ਕਰਦੇ ਹਾਂ ਕਿ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਵੱਧ ਤੋਂ ਵੱਧ ਸੰਗਤ ਇੱਥੇ ਆਵੇ ਔਰ ਜਿਸ ਅਕੀਦੇ ਦੇ ਨਾਲ ਆਵੇ ਉਸ ਅਕੀਦੇ ਨੂੰ ਆਪਣੇ ਮਨ ਦੇ ਵਿੱਚ ਵਸਾਵੇ, ਕਿਉਂਕਿ ਇਹ ਜਿਹੜੀ ਧਰਤੀ ਹੈ ਪਾਵਨ ਤੇ ਪਵਿੱਤਰ ਧਰਤੀ ਹੈ, ਬੜੀ ਅਮੀਰ ਵਿਰਾਸਤ ਹੈ। ਉਸ ਵਿਰਾਸਤ ਨੂੰ ਆਪਣੇ ਜ਼ਿਹਨ ਦੇ ਵਿੱਚ ਜ਼ਰੂਰ ਰੱਖੇ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਰਾਤ ਬਤੀਤ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਮੁਗਲਾਂ ਦੀ ਪਹੁੰਚ ਤੋਂ ਦੂਰ ਹੋਣਾ ਸੀ ਤੇ ਉਦੋਂ ਉੱਚ ਦਾ ਪੀਰ ਬਣ ਕੇ ਗੁਰੂ ਸਾਹਿਬ ਮੁਗਲਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਏ। ਇਹ ਗਾਥਾ ਉੱਚ ਦੇ ਪੀਰ ਦੀ ਹੈ ਕੀ ਹੈ, ਆਓ ਅੱਜ ਤੁਹਾਨੂੰ ਉਹ ਦੱਸਦੇ ਹਾਂ। ਮਾਛੀਵਾੜੇ ਦੇ ਜੰਗਲ ਦੇ ਵਿੱਚ ਰਾਤ ਕੱਟਣ ਤੋਂ ਬਾਅਦ ਗੁਰੂ ਸਾਹਿਬ ਤੇ ਉਹਨਾਂ ਦੇ ਸਾਥੀ ਗੁਲਾਬਾ ਮਸੰਦ ਦੇ ਘਰ ਗਏ। ਗੁਲਾਬਾ ਮਸੰਦ ਨੇ ਗੁਰੂ ਸਾਹਿਬ ਦਾ ਮਾਣ ਸਤਿਕਾਰ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ। ਇਹ ਘਰ ਚੁਬਾਰੇ ਦੀ ਤਰ੍ਹਾਂ ਬਣਿਆ ਹੋਇਆ ਸੀ ਤੇ ਗੁਰੂ ਸਾਹਿਬ ਦੇ ਚਰਨ ਪਏ ਤੇ ਅੱਜਕੱਲ ਇਸ ਸਥਾਨ ਤੇ ਗੁਰਦੁਆਰਾ ਚੁਬਾਰਾ ਸਾਹਿਬ ਸਥਿਤ ਹੈ। ਇਸ ਸਥਾਨ ਤੇ ਗੁਰੂ ਸਾਹਿਬ ਦਾ ਮੇਲ ਦੋ ਪਠਾਣਾ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਹੋਇਆ। ਗਨੀ ਖਾਂ ਤੇ ਨਬੀ ਖਾਂ ਕੁੜਿਆਂ ਦਾ ਵਪਾਰ ਕਰਦੇ ਸਨ ਅਤੇ ਗੁਰੂ ਸਾਹਿਬ ਨੂੰ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਿਲ ਚੁੱਕੇ ਸਨ ਤੇ ਇਹਨਾਂ ਦੋਵਾਂ ਨੂੰ ਗੁਰੂ ਸਾਹਿਬ ਦੀਆਂ ਰਹਿਮਤਾਂ ਬਾਰੇ ਪਤਾ ਸੀ ਤੇ ਉਹ ਗੁਰੂ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਸਨ। ਇਤਿਹਾਸ ਦੱਸਦਾ ਹੈ ਕਿ ਗਨੀ ਖਾਂ ਤੇ ਨਬੀ ਖਾਂ ਗੁਰੂ ਜੀ ਨੂੰ ਗੁਲਾਬਾ ਮਸੰਦ ਦੇ ਘਰ ਤੋਂ ਇੱਕ ਖੂਫੀਆ ਥਾਂ ਤੇ ਲੈ ਗਏ, ਕਿਉਂਕਿ ਮੁਗਲਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਸਾਹਿਬ ਇਸ ਵਕਤ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਨੇ। ਗਨੀ ਖਾਂ ਤੇ ਨਬੀ ਖਾਂ ਨੇ ਯੋਜਨਾ ਬਣਾ ਕੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਦੱਸ ਕੇ ਇਸ ਥਾਂ ਤੋਂ ਕੱਢਣ ਦੀ ਯੋਜਨਾ ਬਣਾਈ। ਇਸ ਥਾਂ ਤੇ ਅੱਜਕੱਲ ਗੁਰਦੁਆਰਾ ਉੱਚ ਦਾ ਪੀਰ ਸਥਿਤ ਹੈ। ਗਨੀ ਖਾਂ ਤੇ ਨਬੀ ਖਾਂ ਅਤੇ ਤਿੰਨ ਹੋਰ ਸਿੰਘਾਂ ਨੇ ਗੁਰੂ ਸਾਹਿਬ ਨੂੰ ਪਾਲਕੀ 'ਚ ਬਿਠਾਇਆ ਅਤੇ ਮਾਛੀਵਾੜੇ ਦੇ ਜੰਗਲਾਂ ਨੂੰ ਪਾਰ ਕੀਤਾ। ਰਾਹ ਦੇ ਵਿੱਚ ਮੁਗਲਾਂ ਨੇ ਰੋਕਿਆ ਤੇ ਪੁੱਛਿਆ ਇਹ ਕੌਣ ਨੇ। ਗਨੀ ਖਾਂ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਇਹ ਉੱਚ ਦੇ ਪੀਰ ਨੇ। ਇਸ ਤਰ੍ਹਾਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਸੁਰੱਖਿਅਤ ਉਸ ਥਾਂ ਤੋਂ ਬਾਹਰ ਕੱਢਿਆ। ਅੱਜਕੱਲ ਇਸ ਥਾਂ ਉੱਤੇ ਗੁਰਦੁਆਰਾ ਕਿਰਪਾਨ ਪੇਂਟ ਸਾਹਿਬ ਸਥਿਤ ਹੈ। ਅੱਜ ਇਸ ਧਰਤੀ ਤੇ ਅਸੀਂ ਖੜੇ ਹਾਂ, ਇਹ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ ਤੇ ਇਹ ਸਥਾਨ ਹੈ ਠੰਡਾ ਬੁਰਜ, ਜਿੱਥੇ ਗੁਰੂ ਸਾਹਿਬ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਇੱਥੇ ਕੈਦ ਕੀਤਾ ਗਿਆ। ਤੁਸੀਂ ਅਹਿਸਾਸ ਕਰੋ ਅੱਜ ਇੱਥੇ ਖੜ ਕੇ ਇੰਨੀ ਠੰਡ ਮਹਿਸੂਸ ਹੋ ਰਹੀ ਹੈ ਜਦਕਿ ਚਾਰੋਂ ਪਾਸੇ ਚਾਰ ਦੀਵਾਰੀ ਵੀ ਹੋਈ ਪਈ ਹੈ ਔਰ ਮੌਸਮ ਦੇ ਵਿੱਚ ਵੱਡਾ ਬਦਲਾਅ ਵੀ ਆ ਗਿਆ। ਅੱਜ ਵੀ ਅਸੀਂ ਇੱਥੇ ਖੜ ਨਹੀਂ ਸਕਦੇ, ਇੰਨੀ ਠੰਡ ਹੈ। ਤੇ ਉਸ ਵੇਲੇ ਦਾ ਅਹਿਸਾਸ ਕਰੋ ਕਿ ਕਿੰਨੀ ਠੰਡ ਹੋਣੀ ਹੈ ਜਦੋਂ ਪੋਹ ਦਾ ਮਹੀਨਾ ਸੀ ਔਰ ਛੋਟੀਆਂ-ਛੋਟੀਆਂ ਜਿੰਦਾਂ ਇੱਥੇ ਕੈਦ ਕੀਤੀਆਂ ਗਈਆਂ ਸਨ। ਗੁਰੂ ਸਾਹਿਬ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਈਨ ਮੰਨਣ ਲਈ ਕਿਹਾ ਗਿਆ ਤੇ ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚਿਣਾ ਦਿੱਤਾ ਗਿਆ ਤੇ ਮਾਤਾ ਗੁਜਰ ਕੌਰ ਜੀ ਵੀ ਇੱਥੇ ਹੀ ਸ਼ਹਾਦਤ ਪ੍ਰਾਪਤ ਕਰ ਗਏ। ਲਾਸਾਨੀ ਸ਼ਹਾਦਤ ਨੂੰ ਸਜਦਾ ਕਰਦੀ ਸਾਡੀ ਇਹ ਖਾਸ ਪੇਸ਼ਕਸ਼। ਕਰੋ ਯਾਦ ਗੁਰਾਂ ਦਿਆਂ ਲਾਲਾ ਨੂੰ, ਜੋ ਧਰਮ ਲਈ ਜਿੰਦ ਵਾਰ ਗਏ, ਜੋ ਧਰਮ ਲਈ ਜਿੰਦ ਵਾਰ ਗਏ। ਛੇ ਪੋਹ ਦੀ ਰਾਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਮੁਰਿੰਡੇ ਦੀ ਧਰਤੀ ਪਹੁੰਚੇ। ਉਸ ਵਕਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਉਮਰ 5 ਸਾਲ। ਉਸ ਰਾਤ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ
ਕੋਮੇ ਮਾਸ਼ਕੀ ਦੀ ਝੁੱਗੀ 'ਚ ਰਹੇ। ਤੇ ਅਗਲੇ ਦਿਨ ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ। ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ, ਪਰ ਗੰਗੂ ਬ੍ਰਾਹਮਣ ਗੁਰੂ ਘਰ ਦਾ ਨਮਕ ਖਾਣ ਤੋਂ ਬਾਅਦ ਵੀ ਨਮਕ ਹਰਾਮੀ ਕਰ ਗਿਆ ਅਤੇ ਉਸਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਜਾਣਕਾਰੀ ਮੋਰਿੰਡੇ ਦੇ ਕੋਤਵਾਲ ਨੂੰ ਦਿੱਤੀ। ਇਤਿਹਾਸ ਦੱਸਦਾ ਹੈ ਕਿ ਮੋਰਿੰਡੇ ਦੇ ਚੌਧਰੀ ਗਨੀ ਖਾਂ ਤੇ ਮਨੀ ਖਾਂ ਨੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਜਿਸ ਵਕਤ ਛੋਟੇ ਸਾਹਿਬਜ਼ਾਦਿਆਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਸਾਹਿਬਜ਼ਾਦੇ ਫਖਰ ਨਾਲ ਮੁਸਕਰਾਉਂਦੇ ਹੋਏ ਚਿਹਰਿਆਂ ਨਾਲ ਮਾਤਾ ਗੁਜਰੀ ਜੀ ਦੀ ਛਤਰ ਛਾਇਆ ਹੇਠ ਮੁਗਲ ਸਿਪਾਹੀਆਂ ਨਾਲ ਜਾ ਰਹੇ ਸਨ। ਇਤਿਹਾਸ ਦੱਸਦਾ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੋਤਵਾਲ ਦੀ ਜੇਲ੍ਹ ਦੇ ਵਿੱਚ ਇੱਕ ਰਾਤ ਰੱਖਿਆ ਗਿਆ ਅਤੇ ਅਗਲੇ ਦਿਨ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ। ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਸਿਪਾਹੀਆਂ ਨੂੰ ਕਹਿ ਦਿੱਤਾ ਕਿ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਏ। ਠੰਡੇ ਬੁਰਜ ਦਾ ਭਾਵ ਇਹ ਸੀ ਕਿ ਇੱਕ ਅਜਿਹੀ ਇਮਾਰਤ ਜੋ ਸਿਰਫ ਪਿਲਰਾਂ ਦੇ ਸਹਾਰੇ ਖੜੀ ਸੀ ਤੇ ਠੰਡੀ ਸੀਤ ਲਹਿਰ ਉੱਥੇ ਰਹਿਣ ਵਾਲੇ ਦੀਆਂ ਹੱਡੀਆਂ ਚੀਰਦੀ ਸੀ। ਪਰ ਦੋਵੇਂ ਛੋਟੇ-ਛੋਟੇ ਬਾਲ ਮਾਤਾ ਗੁਜਰੀ ਜੀ ਦੀ ਗੋਦੀ ਦਾ ਨਿੱਘ ਲੈਂਦਿਆਂ ਹੋਇਆਂ ਸਾਰੇ ਤਸ਼ੱਦਦ ਚੱਲਦੇ ਰਹੇ। ਵਜ਼ੀਰ ਖਾਂ ਚਾਹੁੰਦਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਇੰਨਾ ਤਸ਼ੱਦਦ ਦਿੱਤਾ ਜਾਏ ਕਿ ਉਹ ਪਹਿਲਾਂ ਹੀ ਟੁੱਟ ਜਾਣ, ਪਰ ਉਸ ਦਾ ਭੁਲੇਖਾ ਵੀ ਜਲਦ ਦੂਰ ਹੋਇਆ। ਇਤਿਹਾਸ ਇਹ ਵੀ ਦੱਸਦਾ ਹੈ ਕਿ ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਇਆ। ਮੋਤੀ ਰਾਮ ਮਹਿਰਾ ਦੇ ਇਸ ਪੁੰਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰਦੀ ਹੈ। ਖੈਰ, ਅਗਲੇ ਦਿਨ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਦਰਬਾਰ ਦੇ ਵਿੱਚ ਬੁਲਾਇਆ ਗਿਆ। ਵਜ਼ੀਰ ਖਾਂ ਨੇ ਕੋਸ਼ਿਸ਼ ਕੀਤੀ ਕਿ ਦਰਬਾਰ ਦਾ ਵੱਡਾ ਗੇਟ ਬੰਦ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਝੁਕਾਇਆ ਜਾਵੇ, ਪਰ ਉਸ ਦੀਆਂ ਆਸਾਂ ਤੇ ਦੋਵੇਂ ਸਾਹਿਬਜ਼ਾਦਿਆਂ ਨੇ ਪਾਣੀ ਫੇਰ ਦਿੱਤਾ। ਜਦੋਂ ਗੇਟ ਵਿੱਚ ਲੰਘਣ ਲੱਗਿਆ, ਸਿਰ ਦੀ ਥਾਂ ਪਹਿਲਾਂ ਪੈਰ ਅੰਦਰ ਰੱਖਿਆ। ਪਹਿਲੇ ਦਿਨ ਵਜ਼ੀਰ ਖਾਂ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਅਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਅਤੇ ਇਸਲਾਮ ਧਰਮ ਕਬੂਲ ਕਰਨ ਦੀ ਗੱਲ ਕਹੀ, ਪਰ ਦੋਵੇਂ ਸਾਹਿਬਜ਼ਾਦਿਆਂ ਨੇ ਨਿਡਰਤਾ ਤੇ ਦ੍ਰਿੜਤਾ ਦੇ ਨਾਲ ਵਜ਼ੀਰ ਖਾਂ ਨੂੰ ਜਵਾਬ ਦਿੱਤਾ। ਸਾਹਿਬਜ਼ਾਦਿਆਂ ਦੇ ਬੁਲੰਦ ਹੌਸਲੇ ਵੇਖ ਵਜ਼ੀਰ ਖਾਂ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਉਸ ਰਾਤ ਫਿਰ ਠੰਡੇ ਬੁਰਜ ਦੇ ਵਿੱਚ ਘੁੱਪ ਹਨੇਰੀ ਠੰਡੀ ਰਾਤ ਸਾਹਿਬਜ਼ਾਦਿਆਂ ਨੇ ਆਪਣੀ ਦਾਦੀ ਮਾਂ ਨਾਲ ਕੱਟੀ। ਅਗਲੇ ਦਿਨ ਫਿਰ ਤੋਂ ਦਰਬਾਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਅਤੇ ਫਿਰ ਸਾਹਿਬਜ਼ਾਦਿਆਂ ਨੂੰ ਸਖਤੀ ਨਾਲ ਕਿਹਾ ਗਿਆ ਕਿ ਉਹ ਇਸਲਾਮ ਧਰਮ ਕਬੂਲ ਕਰ ਲੈਣ, ਪਰ ਸਾਹਿਬਜ਼ਾਦੇ ਟਸ ਤੋਂ ਮਸ ਨਾ ਹੋਏ। ਇਤਿਹਾਸ ਦੱਸਦਾ ਹੈ ਕਿ ਦੀਵਾਨ ਸੁੱਚਾਨੰਦ ਨੇ ਸਰਹੰਦ ਦੇ ਵਜ਼ੀਰ ਦੇ ਕੰਨ ਭਰੇ ਤੇ ਕਾਜ਼ੀ ਨਾਲ ਸਲਾਹ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚੜਾਉਣ ਲਈ ਗਿਆ। ਇਤਿਹਾਸ ਇਹ ਵੀ ਦੱਸਦਾ ਹੈ ਕਿ ਉਸ ਵੇਲੇ ਨਵਾਬ ਮਲੇਰਕੋਟਲਾ ਨੇ ਹਾ ਦਾ ਨਾਰਾ ਵੀ ਮਾਰਿਆ, ਪਰ ਨਵਾਬ ਵਜ਼ੀਰ ਖਾਂ ਨੇ ਮਲੇਰਕੋਟਲਾ ਦੇ ਨਵਾਬ ਦੀ ਇੱਕ ਨਾ ਸੁਣੀ ਤੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ 'ਚ ਚੜਾਉਣ ਦਾ ਹੁਕਮ ਸੁਣਾ ਦਿੱਤਾ। ਅਨੇਕਾਂ ਤਰ੍ਹਾਂ ਦੇ ਲਾਲਚ, ਅਨੇਕਾਂ ਤਰ੍ਹਾਂ ਦੇ ਡਰ ਵੀ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਹੌਸਲੇ ਤੋਂ ਡੁਲਾ ਨਾ ਸਕੇ, ਕਿਉਂਕਿ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦੀ ਉਦਾਹਰਨ ਗੁਰਤੇ ਵਿੱਚੋਂ ਮਿਲੀ ਸੀ। ਸੋ ਆਖਰਕਾਰ 13 ਪੋਹ ਦੀ ਰਾਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਜ਼ਿੰਦਾ ਨੀਹਾਂ 'ਚ ਚਿਣਵਾ ਦਿੱਤਾ ਗਿਆ। ਗੁਰੂ ਸਾਹਿਬ ਦੇ ਨਾਲ ਸਿੱਖ ਪੰਥ ਦੀ ਨਿਡਰਤਾ ਨੂੰ ਦਿਖਾਉਂਦੇ ਹੋਏ ਸ਼ਹੀਦ ਹੋ ਗਏ। ਬੇਅੰਤ ਤਸੀਹੇ ਦੇ ਦੇ ਕੇ ਅੰਤ ਨੂੰ ਜ਼ਾਲਮ ਹਾਰ ਗਏ। ਕਰੋ ਯਾਦ ਗੁਰਾਂ ਦਿਆਂ ਲਾਲਾਂ ਨੂੰ, ਜੋ ਧਰਮ ਲਈ ਜਿੰਦ ਵਾਰ ਗਏ। ਨਵਾਬ ਮਲੇਰਕੋਟਲਾ, ਦੀਵਾਨ ਟੋਡਰਮਲ ਤੇ ਮੋਤੀ ਰਾਮ ਮਹਿਰਾ, ਇਹ ਉਹ ਤਿੰਨ ਸ਼ਖਸੀਅਤਾਂ ਨੇ ਜਦੋਂ ਵੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਗੱਲ ਚੱਲੇਗੀ ਤਾਂ ਤਿੰਨਾਂ ਨੂੰ ਜ਼ਰੂਰ ਯਾਦ ਕੀਤਾ ਜਾਏਗਾ। ਕਿਉਂ ਯਾਦ ਕੀਤਾ ਜਾਏਗਾ, ਕੀ ਇਹਨਾਂ ਦਾ ਇਤਿਹਾਸ ਦੇ ਵਿੱਚ ਦੇਣ ਹੈ, ਆਓ ਵੇਖਦੇ ਹਾਂ। ਦੋਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ ਤੇ ਹਰ ਇੱਕ ਦੀ ਜ਼ੁਬਾਨ ਤੇ ਸਿਰਫ ਇੰਨੀ ਗੱਲ ਸੀ ਕਿ ਇੰਨਾ ਜ਼ੁਲਮ ਤੇ ਕਹਿਰ ਕਿਵੇਂ ਕੋਈ ਕਮਾ ਸਕਦਾ। ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਪਾਪ ਕਮਾਇਆ ਅਤੇ ਆਪਣੇ ਆਪ ਨੂੰ
ਧਰਮ ਦੇ ਉਲਟ ਹੋਣ ਦਾ ਸੁਨੇਹਾ ਦਿੱਤਾ। ਮੁਗਲਾਂ ਵੱਲੋਂ ਅਤਿਆਚਾਰ ਦੀ ਅੱਤ ਕਰਦਿਆਂ ਹੋਇਆਂ ਮੋਤੀ ਰਾਮ ਮਹਿਰਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਪਿਆਇਆ ਸੀ ਬਾਰੇ ਪਤਾ ਲੱਗਣ ਤੋਂ ਬਾਅਦ ਪਰਿਵਾਰ ਸਮੇਤ ਮੋਤੀ ਰਾਮ ਮਹਿਰਾ ਨੂੰ ਚੱਕੀ ਦੇ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਵੀ ਉਹ ਗਲਾਸ ਮੌਜੂਦ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਗਿਆ ਸੀ ਤੇ ਰਹਿੰਦੀ ਦੁਨੀਆ ਤੱਕ ਮੋਤੀ ਰਾਮ ਮਹਿਰਾ ਦਾ ਨਾਮ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਦਾਹ ਸੰਸਕਾਰ ਕਰਨ ਦੇ ਲਈ ਦੀਵਾਨ ਟੋਡਰਮਲ, ਜੋ ਕਿ ਇੱਕ ਸੁਨਿਆਰਾ ਸੀ, ਨਵਾਬ ਵਜ਼ੀਰ ਖਾਨ ਦੇ ਕੋਲ ਪੇਸ਼ ਹੋਇਆ ਅਤੇ ਉਸਨੇ ਨਵਾਬ ਨੂੰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਦਾਹ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ। ਲਾਲਚੀ ਵਜ਼ੀਰ ਖਾਨ ਨੂੰ ਪਤਾ ਸੀ ਕਿ ਦੀਵਾਨ ਟੋਡਰਮਲ ਬਹੁਤ ਧਨੀ ਹੈ। ਵਜ਼ੀਰ ਖਾਨ ਨੇ ਦੀਵਾਨ ਟੋਡਰਮਲ ਨੂੰ ਕਿਹਾ ਕਿ ਜਿੰਨੀ ਜ਼ਮੀਨ ਉਸ ਨੂੰ ਚਾਹੀਦੀ ਹੈ ਦਾਹ ਸੰਸਕਾਰ ਦੇ ਲਈ, ਉਹ 19 ਜ਼ਮੀਨ ਤੇ ਮੋਹਰਾਂ ਵਿਛਾ ਦੇਵੇ ਤੇ ਮੋਹਰਾਂ ਵੀ ਖੜੀਆਂ ਕਰਕੇ। ਦੀਵਾਨ ਟੋਡਰਮਲ ਨੇ ਵਜ਼ੀਰ ਖਾਨ ਦੀ ਗੱਲ ਸਵੀਕਾਰ ਕਰ ਲਈ ਤੇ ਇਸ ਜ਼ਮੀਨ ਨੂੰ ਖਰੀਦਣ ਲਈ ਦੀਵਾਨ ਟੋਡਰਮਲ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਜਿੱਥੇ ਅੱਜਕੱਲ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ, ਇਸ ਧਰਤੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਮਾਣ ਵੀ ਪ੍ਰਾਪਤ ਹੈ, ਜਿਸ ਨੂੰ ਦੀਵਾਨ ਟੋਡਰਮਲ ਨੇ ਖਰੀਦਿਆ ਸੀ। ਅੱਜ ਵੀ ਲੋਕ ਦੀਵਾਨ ਟੋਡਰਮਲ ਦੀ ਕੁਰਬਾਨੀ ਤੇ ਕੁਰਬਾਨ ਜਾਂਦੇ ਨੇ। ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ। ਮਾਤਾ ਗੁਜਰੀ ਜੀ ਨੂੰ 8 ਸ਼ਹਾਦਤਾਂ ਦਾ ਯੁੱਗ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਆਓ ਉਸ ਮਾਂ ਦੀ ਸ਼ਹਾਦਤ ਨੂੰ ਸਜਦਾ ਕਰਦੀ ਏ ਖਾਸ ਪੇਸ਼ਕਸ਼ ਵੇਖਦੇ ਹਾਂ। ਸਿੱਖ ਇਤਿਹਾਸ, ਸ਼ਹਾਦਤਾਂ ਤੇ ਅਮੀਰ ਵਿਰਾਸਤਾਂ ਨਾਲ ਲਬਰੇਜ਼ ਇਤਿਹਾਸ। ਕੌਮ ਦੇ ਇਤਿਹਾਸ ਦੇ ਹਰ ਪੰਨੇ ਤੇ ਸ਼ਹਾਦਤਾਂ ਦੀ ਗਾਥਾ ਲਿਖੀ ਹੋਈ ਹੈ। ਜਦੋਂ ਵੀ ਗੱਲ ਕੁਰਬਾਨੀਆਂ ਜਾਂ ਸ਼ਹਾਦਤਾਂ ਦੀ ਚੱਲੇਗੀ, ਇੱਕ ਨਾਮ ਸੁਨਹਿਰੀ ਅੱਖਰਾਂ ਵਿੱਚ ਹਮੇਸ਼ਾ ਚਮਕਦਾ ਰਹੇਗਾ ਤੇ ਉਹ ਨਾਮ ਹੈ ਮਾਤਾ ਗੁਜਰ ਕੌਰ। ਤਨ ਤਨ ਪਿਤਾ, ਤਨ ਤਨ ਕੁਲ, ਤਨ ਤਨ ਸੂ ਜਨਨੀ, ਜਿਨ ਗੁਰੂ ਜਣਿਆ ਮਾਏ। ਮਾਤਾ ਗੁਜਰੀ ਜੀ ਨੂੰ 8 ਸ਼ਹੀਦੀਆਂ ਦਾ ਯੁੱਗ ਆਖ ਕੇ ਵੀ ਯਾਦ ਕੀਤਾ ਜਾਂਦਾ ਹੈ। ਮਾਤਾ ਗੁਜਰੀ ਜੀ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ, ਸ਼ਹੀਦਾਂ ਦੀ ਦਾਦੀ ਤੇ ਫਿਰ ਅੱਗੇ ਆਪ ਸ਼ਹੀਦ ਸ਼ਖਸੀਅਤ। ਸਹਿਣਸ਼ੀਲਤਾ, ਧਰਮ, ਦੇਸ਼, ਕੌਮ ਤੇ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ। ਮਨੁੱਖਤਾ ਤੇ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣਿਆਂ ਦਾ ਵੀ ਖੂਨ ਨਿਛਾਵਰ ਕੀਤਾ। ਮਾਤਾ ਗੁਜਰ ਕੌਰ ਦਾ ਜਨਮ 1622 ਈਸਵੀ ਦੇ ਵਿੱਚ ਲਾਲ ਚੰਦ ਸੁਬੱਖੀ ਦੇ ਘਰ ਕਰਤਾਰਪੁਰ ਸਾਹਿਬ ਵਿਖੇ ਹੋਇਆ। ਸੰਨ 1633 ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਜੀ ਵਿਆਹੇ ਗਏ। ਗੋਬਿੰਦ ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਿੱਥੇ ਗੁਰਗੱਦੀ ਅਨੁਸਾਰ ਆਪਣੇ ਕੰਮ ਕਰਦੇ, ਉੱਥੇ ਹੀ ਮਾਤਾ ਗੁਜਰੀ ਆਪਣੇ ਪੁੱਤਰ ਗੋਬਿੰਦ ਨੂੰ ਮਨੋਬਲ ਤੇ ਜਿਸਮਾਨੀ ਤਾਕਤ ਦੇਣ ਦੇ ਲਈ ਆਪਣਾ ਯੋਗਦਾਨ ਬਖੂਬੀ ਦਿੰਦੇ ਰਹੇ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਜੀ ਨੇ ਇੱਕ ਸੈਨਾਪਤੀ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ ਦੇ ਵਿੱਚ ਡਟੇ ਰਹੇ। ਇਸ ਸਮੇਂ ਗੋਬਿੰਦ 9 ਸਾਲ ਦੇ ਸਨ, ਪਰ ਹਰ ਸਮੇਂ ਆਪਣੇ ਪੁੱਤਰ ਦੇ ਵਿੱਚ ਧਰਮ, ਦੇਸ਼ ਤੇ ਮਨੁੱਖਤਾ ਦੀ ਭਾਵਨਾ ਪਾ ਕੇ ਗੁਰੂ ਸਾਹਿਬ ਨੂੰ ਇੱਕ ਸੂਰਬੀਰਤਾ ਵਾਲੀ ਕੌਮ ਨੂੰ ਉਜਾਗਰ ਕਰਨ ਲਈ ਪ੍ਰੇਰਿਆ। ਅੱਗੇ ਚੱਲ ਕੇ ਮਾਤਾ ਗੁਜਰੀ ਜੀ ਨੇ ਚਾਰੋਂ ਸਾਹਿਬਜ਼ਾਦਿਆਂ ਦੇ ਵਿੱਚ ਦ੍ਰਿੜਤਾ ਭਰਨ ਦੇ ਵਿੱਚ ਮਹੱਤਵਪੂਰਨ ਕੰਮ ਕੀਤਾ। ਇਹੋ ਕਾਰਨ ਹੈ ਕਿ ਛੋਟੀਆਂ ਜਿੰਦਾਂ ਦੇ ਵਿੱਚ ਧਰਤ ਤੇ ਦੇਸ਼ ਦੇ ਅੱਗੇ ਕੋਈ ਅਮੀਰੀ ਨੇ ਆ ਕੇ ਅੜਚਨ ਨਾ ਪਾਈ। ਤਨ ਜੰਨੀ ਜਿਨ ਜਾਇਆ, ਤਨ ਪਿਤਾ ਪ੍ਰਦਾਨ, ਸਤਿਗੁਰ ਸੇਵ ਸੁਖ ਪਾਇਆ, ਵਿਚੇ ਗਿਆ ਗੁਮਾਨ, ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਦਾਨ। ਦਾਦੀ ਦੀਆਂ ਸਿੱਖਿਆਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰ ਹੀ ਭੁਲਾ ਦਿੱਤਾ ਸੀ। ਕੰਧਾਂ ਵਿੱਚ ਚਿਣੇ ਗਏ, ਪਰ ਕੋਈ ਲੋਭ ਲਾਲਚ ਉਹਨਾਂ ਨੂੰ ਨਾ ਜਿੱਤ ਸਕਿਆ ਤੇ ਉਹ ਦੁੱਖਾਂ ਦੇ ਵਿੱਚ ਕਿਤੇ ਵੀ ਨਾ ਥੜਕੇ। ਮਾਤਾ ਗੁਜਰੀ ਜੀ ਨੇ ਗੁਰੂ ਮਾਤਾ ਅਤੇ ਗੁਰੂ ਪਤਨੀ ਹੁੰਦਿਆਂ ਹੋਇਆਂ ਵੀ ਅੰਤਾਂ ਦੇ ਦੁੱਖ ਸੁੱਖ ਭੋਗੇ। 79 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਪਾਈ। ਸੋ ਮਾਤਾ ਗੁਜਰੀ ਜੀ ਸਿੱਖ ਕੌਮ ਦੇ ਲਈ ਹਮੇਸ਼ਾ ਹੀ ਪੰਥ ਪ੍ਰਦਰਸ਼ਕ ਰਹੇ ਨੇ। ਮਾਤਾ ਜੀ ਦੀ ਲਾਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਅੱਜ ਸਰਹੰਦ ਦੇ ਠੰਡੇ ਬੁਰਜ ਅਤੇ ਗੁਰਦੁਆਰਾ ਜੋਤੀ ਸਰੂਪ ਦੇ ਵਿੱਚ ਸਾਰੀ ਲੋਕਾਈ ਨਤਮਸਤਕ ਹੁੰਦੀ ਹੈ।
ਸੋ ਕੌਮ ਦੀ ਇਸ ਸਿਰਜਣਹਾਰੀ ਮਾਤਾ ਨੂੰ ਕੋਟ-ਕੋਟ ਪ੍ਰਣਾਮ। ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਔਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਦੀਆਂ ਮਿਸਾਲਾਂ ਵੀ ਮਿਲ ਜਾਂਦੀਆਂ ਨੇ, ਪਰ ਸਿੱਖ ਇਤਿਹਾਸ ਦੀ ਸ਼ਹਾਦਤ ਦੇ ਵਿੱਚ ਇੱਕ ਅਜਿਹਾ ਪੰਨਾ ਵੀ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ। ਇਸ ਸ਼ਹਾਦਤ ਦੇ ਪੰਨੇ ਨੂੰ ਆਪਣੇ ਖੂਨ ਨਾਲ ਸਿੰਜਿਆ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਲਖਤੇ ਜਿਗਰਾਂ ਨੇ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਵੱਡੇ ਸਾਕੇ ਨੂੰ ਅੰਜਾਮ ਦੇ ਕੇ ਦੁਨੀਆ ਦੇ ਵਿੱਚ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਦੀ ਕਿਤੇ ਵੀ ਉਦਾਹਰਨ ਨਹੀਂ ਮਿਲਦੀ। ਅੱਜ ਅਸੀਂ ਸਾਧ ਸੰਗਤ ਨੂੰ ਉਸ ਦੀਵਾਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਸ਼ਹੀਦ ਕਰਵਾ ਦਿੱਤਾ ਗਿਆ ਸੀ। ਟੀਵੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ। ਇਹ ਹੈ ਉਹ ਅਸਥਾਨ ਜਿੱਥੇ ਨਿੱਕੀਆਂ ਜਿੰਦਾਂ ਨੂੰ ਚਿਣਵਾ ਦਿੱਤਾ ਗਿਆ ਸੀ। ਇਸ ਇਤਿਹਾਸ ਨੂੰ ਜਦੋਂ ਅਸੀਂ ਫਰੋਲਦੇ ਹਾਂ, ਜਦੋਂ ਇਸ ਦੀਵਾਰ ਦੇ ਅਸੀਂ ਦਰਸ਼ਨ ਕਰਦੇ ਹਾਂ ਤਾਂ ਸਾਡੇ ਲੂਹ ਕੰਡੇ ਖੜੇ ਹੋ ਜਾਂਦੇ ਨੇ। ਇਸ ਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਕਿੰਨੀ ਜ਼ਾਲਮ ਰਹੀ ਹੋਏਗੀ ਉਸ ਵੇਲੇ ਦੀ ਸਰਕਾਰ, ਉਸ ਵੇਲੇ ਦੀ ਹਾਕਮ ਸਰਕਾਰ, ਜਿਸ ਨੇ ਛੋਟੀਆਂ ਜਿੰਦਾਂ ਨੂੰ, ਮੈਂ ਕਹਾਂਗਾ ਕੋਹਿਨੂਰਾਂ ਨੂੰ ਇਸ ਧਰਤ ਤੇ ਜੜ ਦਿੱਤਾ, ਇਸ ਦੀਵਾਰ ਦੇ ਵਿੱਚ ਜੜ ਦਿੱਤਾ। ਇਹ ਹੈ ਉਹ ਦੀਵਾਰ ਜਿੱਥੇ ਤੁਸੀਂ ਦਰਸ਼ਨ ਕਰ ਪਾ ਰਹੇ ਹੋ। ਇੱਥੇ ਪੀੜਾ ਸਾਹਿਬ ਰੱਖਿਆ ਹੋਇਆ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਮਹਾਰਾਜ ਜੀ ਦਾ। ਔਰ ਇੱਥੇ ਜਦੋਂ ਤੁਸੀਂ ਆਓਗੇ ਫਤਿਹਗੜ੍ਹ ਸਾਹਿਬ, ਇਹ ਭੋਰਾ ਸਾਹਿਬ ਹੈ। ਭੋਰਾ ਸਾਹਿਬ ਦੇ ਬਾਹਰ ਵੀ ਲਿਖਿਆ ਹੋਇਆ ਕਿ ਜਿੱਥੇ ਗੁਰੂ ਮਹਾਰਾਜ ਦੀ ਪਾਲਕੀ ਰੱਖੀ ਗਈ ਹੈ, ਇਹ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ। ਹੈੱਡ ਗ੍ਰੰਥੀ ਸਾਹਿਬ ਸਾਡੇ ਨਾਲ ਮੌਜੂਦ ਨੇ। ਵਾਹਿ ਖਾਲਸਾ ਵਾਹਿ ਫਤਿਹ ਜੀ। ਬਾਬਾ ਜੀ, ਥੋੜਾ ਜਿਹਾ ਸਾਨੂੰ ਇਸ ਇਤਿਹਾਸ ਤੇ ਜਾਣਨਾ ਪਊ ਸੰਖੇਪ ਸ਼ਬਦਾਂ 'ਚ। ਉਸ ਵੇਲੇ ਇਹ ਧਰਤੀ ਜਿਹੜੀ ਹੈ ਇਹ ਪੂਰੀ ਵਲਗਣ ਦੇ ਅੰਦਰ ਕਿਲ੍ਹੇਬੰਦੀ ਦੇ ਵਿੱਚ ਸੀ ਜੀ। ਸੋ ਸੱਜੇ ਪਾਸੇ ਇੱਕ ਟਿੱਬਾ ਹੈ, ਉਹ ਸ਼ਾਹੀ ਕਚਹਿਰੀ ਹੁੰਦੀ ਸੀ। ਇਸ ਵਿਹੜੇ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਦਫਨ ਕਰਨ ਦਾ ਜਿਹੜਾ ਫਤਵਾ ਵਕਤ ਦੇ ਕਾਜ਼ੀ ਵੱਲੋਂ ਸੁਣਾਇਆ ਗਿਆ ਸੀ, ਉਹਨੂੰ ਅਮਲ ਵਿੱਚ ਲਿਆਂਦਾ ਗਿਆ। ਔਰ ਇਸ ਜਗ੍ਹਾ ਇਹ ਉਹ ਲੋਕੇਸ਼ਨ ਹੈ, ਉਹ ਧਰਤੀ ਜਿਹਦੇ ਆਪ ਜੀ ਦੀ ਦਰਸ਼ਨ ਕਰ ਰਹੇ ਹੋ, ਜਿੱਥੇ ਸਾਹਿਬਜ਼ਾਦਿਆਂ ਨੂੰ ਖੜਿਆਂ ਕਰਕੇ ਫਿਰ ਕੰਧ ਦੇ ਅੰਦਰ ਚਿਣਿਆ ਗਿਆ। ਔਰ ਇਤਿਹਾਸ ਇਹ ਦੱਸਦਾ ਹੈ ਕਿ ਫਿਰ ਕੰਧ ਦੇ ਵਿੱਚੋਂ ਦੁਬਾਰਾ ਕੱਢ ਕੇ ਬੇਹੋਸ਼ ਹੋਏ ਸਾਹਿਬਜ਼ਾਦਿਆਂ ਨੂੰ ਤਲੀਆਂ ਤੱਕ ਝੱਸ ਕੇ ਫਿਰ ਹੋਸ਼ ਵਿੱਚ ਲਿਆਂਦਾ ਗਿਆ। ਫਿਰ ਉਹਨਾਂ ਨੂੰ ਦੋਨਾਂ ਵਿੱਚੋਂ ਇੱਕ ਚੁਣਨ ਵਾਸਤੇ ਕਿਹਾ ਗਿਆ, ਜਾਂ ਮੌਤ ਜਾਂ ਜ਼ਿੰਦਗੀ। ਜੇ ਜ਼ਿੰਦਗੀ ਚਾਹੁੰਦੇ ਹੋ ਤੇ ਧਰਮ ਤਿਆਗਣਾ ਪਵੇਗਾ, ਨਹੀਂ ਤੇ ਮੌਤ ਬੜੀ ਭਿਆਨਕ ਹੋਵੇਗੀ। ਸ਼ਾਸਲ ਬੇਗ ਤੇ ਬਾਸ਼ਲ ਬੇਗ ਜਲਾਦਾਂ ਨੇ ਫਿਰ ਇਸੇ ਹੀ ਅਸਥਾਨ ਦੇ ਉੱਤੇ ਸਾਹਮਣੇ ਪਾਸੇ ਗੁਰੂ ਲਾਲਾਂ ਨੇ ਜਦੋਂ ਧਰਮ ਨਾ ਤਿਆਗਿਆ, ਈਨ ਨਾ ਮੰਨੀ, ਗੁਲਾਮੀ ਅੱਗੇ ਸਿਰ ਨਾ ਝੁਕਾਇਆ, ਭਾਵੇਂ ਉਹ ਚੰਦ ਪਲਾਂ ਦੀ ਜ਼ਿੰਦਗੀ ਸੀ ਪਰ ਗੈਰਤ ਤੇ ਸਵੈਮਾਨ ਦੀ ਜ਼ਿੰਦਗੀ ਜੀਵੀ। ਸੋ ਫਿਰ ਇਸੇ ਜਗ੍ਹਾ ਤੇ ਛੁਰੇ ਚਲਾ ਕੇ ਸਾਹਿਬਜ਼ਾਦਿਆਂ ਨੂੰ ਤੜਪਾ ਕੇ, ਜੋ ਉਸ ਵਕਤ ਦੇ ਸਮਕਾਲੀ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਜ਼ੋਰਾਵਰ ਸਿੰਘ ਕੇ ਪ੍ਰਾਨ ਖੰਡੇ ਸੇ ਬੇਗ ਛੁੱਟ ਗਏ, ਫਤਿਹ ਸਿੰਘ ਆਦ ਘੜੀ ਚਰਨ ਮਾਰਤ ਪਏ। ਲਗਭਗ 10-12 ਮਿੰਟ ਬਾਬਾ ਫਤਿਹ ਸਿੰਘ ਜੀ ਦੇ ਚਰਨ ਹਿਲਦੇ ਰਹੇ, ਫਿਰ ਤਨ ਠੰਡਾ ਹੋਇਆ। ਸੋ ਇਹ ਉਹ ਸਥਾਨ ਹੈ ਜਿਹਦੀ ਗੱਲ ਕਰਦੇ ਹਾਂ, ਸਾਡੇ ਕੋਲ ਬੋਲਣਾ ਔਖਾ ਹੁੰਦਾ, ਸਾਡਾ ਗੱਚ ਭਰਦਾ। ਤੋ ਲੱਖਾਂ ਸੰਗਤਾਂ ਇਸ ਸਥਾਨ ਤੇ ਆ ਕੇ ਨਮਸਕਾਰ ਕਰ ਰਹੀਆਂ ਔਰ ਇੱਥੋਂ ਗੈਰਤ ਮਿਲਦੀ ਹੈ, ਇੱਥੋਂ ਸਵੈਮਾਨ ਮਿਲਦਾ, ਇੱਥੋਂ ਸਾਨੂੰ ਜ਼ਿੰਦਗੀ ਦਾ ਆਦਰਸ਼ ਮਿਲਦਾ, ਇੱਥੋਂ ਰੂਹਾਨੀ ਸ਼ਕਤੀ ਮਿਲਦੀ ਹੈ, ਧਰਮ ਦਾ ਰਸਤਾ ਮਿਲਦਾ। ਇਹ ਗੁਰੂ ਬਾਬਿਆਂ ਦੀ ਕੁਰਬਾਨੀ ਦੀ ਕਰਮ ਭੂਮੀ ਹੈ। ਬਾਬਾ ਜੀ, ਸ਼ਹਾਦਤਾਂ ਬਹੁਤ ਸਾਰੀਆਂ ਹੁੰਦੀਆਂ ਨੇ, ਕੁਰਬਾਨੀਆਂ ਬਹੁਤ ਸਾਰੀਆਂ ਹੁੰਦੀਆਂ ਨੇ, ਪਰ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਸ਼ਹਾਦਤ ਇਹ ਸੁਨੇਹਾ ਨਹੀਂ ਦਿੰਦੀ ਕਿ ਸ਼ਹਾਦਤ ਦੇਣ ਦੇ ਲਈ ਉਮਰ ਕੋਈ ਮੁਹਤਾਜ ਨਹੀਂ ਹੁੰਦੀ, ਉਮਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸ਼ਹਾਦਤ ਦਾ ਅਸਲ 'ਚ ਮਰਤਬਾ ਹੀ ਉਹ ਹੈ ਜਿੱਥੇ ਇੱਕ ਪਾਸੇ ਜ਼ਿੰਦਗੀ ਦੀ ਆਪਸ਼ਨ ਹੋਵੇ, ਦੂਜੇ ਪਾਸੇ ਦਰਦਨਾਕ ਮੌਤ ਹੋਵੇ, ਤੇ ਚੁਣਨ ਵਾਲਾ ਦੋਨਾਂ ਵਿੱਚੋਂ ਆਪ ਇੱਕ ਚੁਣਦਾ। ਅਚਨਚੇਤ ਮੌਤਾਂ ਬਹੁਤ ਸਾਰੀਆਂ ਹੁੰਦੀਆਂ, ਜਾਂ ਮੈਦਾਨੇ ਜੰਗ ਦੇ ਅੰਦਰ ਸ਼ਹੀਦੀਆਂ ਹੁੰਦੀਆਂ ਨੇ, ਪਰ ਇੱਥੇ ਸਾਹਿਬਜ਼ਾਦਿਆਂ ਦੇ ਸਾਹਮਣੇ ਇਹ ਆਪਸ਼ਨ ਹੈ ਕਿ ਉਹ ਦੁਨੀਆ ਭਰ ਦੇ ਸੁੱਖ ਪ੍ਰਾਪਤ ਕਰ ਸਕਦੇ ਨੇ। ਪਰ 9 ਤੇ 7 ਸਾਲ ਦੀਆਂ ਜਿੰਦਾਂ ਨੇ ਇਹ ਦੱਸ ਦਿੱਤਾ ਕਿ ਗੱਲ ਉਮਰਾਂ ਦੀ ਨਹੀਂ, ਜਾਂ ਗੱਲ ਕੇਵਲ ਜੋਸ਼ ਦੀ ਨਹੀਂ, ਬੜੀ ਸੂਖਮ ਦੂਰਅੰਦੇਸ਼ੀ ਹੈ। ਵਾਸਤਵ ਵਿੱਚ ਸਾਹਿਬਜ਼ਾਦੇ ਸਮੁੱਚੇ ਖਾਲਸਾ ਪੰਥ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਉਹਨਾਂ ਦੀ ਜਿੱਤ, ਉਹਨਾਂ ਦੀ ਦ੍ਰਿੜਤਾ ਖਾਲਸਾ ਪੰਥ ਦੀ ਜਿੱਤ ਤੇ ਦ੍ਰਿੜਤਾ ਹੈ।
ਸੱਚ ਦੀ ਦ੍ਰਿੜਤਾ ਕਮਾਈ ਹੈ। ਸੋ ਉਹਨਾਂ ਦਾ ਨਾਂ ਝੁਕਣਾ, ਸੱਚ ਦਾ ਨਾਂ ਝੁਕਣਾ, ਧਰਮ ਦਾ ਨਾਂ ਝੁਕਣਾ। ਸੋ ਉਹਨਾਂ ਨੇ ਉਮਰਾਂ ਤੋਂ ਬਹੁਤ ਉੱਪਰ ਉੱਠ ਕੇ ਸੁਰਤ ਦੀ ਤਾਕਤ, ਜਿਹਨੂੰ ਡਾਕਟਰ ਭਾਈ ਵੀਰ ਸਿੰਘ ਕਹਿੰਦੇ ਆ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਧੀ ਹੀ ਰੱਖਣਾ। ਉਹਦੀ ਮਿਸਾਲ ਜਿਹੜੀ ਆ ਪ੍ਰਤੱਖ ਰੂਪ ਵਿੱਚ ਸਾਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੋਂ ਮਿਲਦੀ ਹੈ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਸੰਗਤਾਂ ਨੂੰ ਇੱਕ ਵਾਰ ਫਿਰ ਤੋਂ ਅਸੀਂ ਇਸ ਦੀਵਾਰ ਦੇ ਦਰਸ਼ਨ ਜ਼ਰੂਰ ਕਰਾਉਣੇ ਚਾਹਾਂਗੇ, ਕਿਉਂਕਿ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਇੱਥੋਂ ਤਾਕਤ ਮਿਲਦੀ ਹੈ, ਇੱਥੋਂ ਸਾਨੂੰ ਸਾਡੀ ਕੌਮ ਦੇ ਲਈ, ਸਾਡੇ ਸਿਧਾਂਤਾਂ ਦੇ ਲਈ ਕੁਝ ਕਰ ਮਰਨ ਦੀ ਜਿਹੜੀ ਹੈ ਉਹ ਇੱਛਾ ਸ਼ਕਤੀ ਪ੍ਰਾਪਤ ਹੁੰਦੀ ਹੈ। ਸੋ ਇਹ ਇਤਿਹਾਸ ਆਪਣੇ ਆਪ ਦੇ ਵਿੱਚ ਜ਼ਿੰਦਾ ਰੱਖਿਆ ਗਿਆ, ਸੰਜੀਦਾ ਇਤਿਹਾਸ ਹੈ ਔਰ ਲੱਖਾਂ ਲੋਕ ਇੱਥੇ ਆਉਂਦੇ ਨੇ, ਹਰ ਸਾਲ ਦਰਸ਼ਨ ਕਰਦੇ ਨੇ ਔਰ ਸ਼ਹੀਦੀ ਦਿਹਾੜੇ ਜਿਵੇਂ ਚੱਲ ਰਿਹਾ ਸਭਾ ਭਰ ਰਹੀ ਹੈ। ਔਰ ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜਦੋਂ ਇੱਥੇ ਲੈ ਕੇ ਆਓ, ਘੱਟੋ ਘੱਟ ਉਹਨਾਂ ਨੂੰ ਇੱਥੇ ਦਾ ਇਤਿਹਾਸ ਜ਼ਰੂਰ ਦੱਸੋ, ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਨੂੰ ਕਿਵੇਂ ਅੰਜਾਮ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰ